सत श्री अकाल जी, जी आया ਨੂੰ देसी रंग शो ਦੇ ਵਿੱਚ ਬਹੁਤ ਨਿੱਘਾ ਸਵਾਗਤ। ਵੀਰਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਤੇ ਵੀਰਵਾਰ ਨੂੰ ਗੱਲਬਾਤ ਕਰਦੇ ਹੁੰਦੇ ਆਪਾਂ ਵਿਨੀਪੈਗ ਸ਼ਹਿਰ ਦੇ ਵਿੱਚ। ਬੜੇ ਹੀ ਸਤਿਕਾਰਯੋਗ, ਕਿਉਂਕਿ ਕਹਿਣਾ ਬੜਾ ਸੌਖਾ ਹੈ, ਕਈ ਚੀਜ਼ਾਂ ਨਾ ਕਹਿਣੀਆਂ ਬੜੀਆਂ ਸੌਖੀਆਂ, ਕਰਨੀਆਂ ਬੜੀਆਂ ਔਖੀਆਂ ਹੈ ਨਾ। ਸੱਚੀ ਮੁੱਚੀ ਮਤਲਬ ਕਿਸੇ ਦੇ ਕਹਿੰਦੇ ਨੇ ਮੂੰਹ ਤੇ ਤਾਰੀਫ ਕਰਨੀ ਤੇ ਉਹੀ ਤੁਸੀਂ ਬੈਕ ਤੇ ਕਰੋ, ਸਵਾਦ ਫੇਰ ਆਉਂਦਾ ਹੈ ਨਾ। ਸੋ ਮੈਂ ਜਿਸ ਤਰ੍ਹਾਂ ਤੁਹਾਨੂੰ ਹਰ ਵਾਰੀ ਕਹਿੰਦਾ ਵੀਰਵਾਰ ਨੂੰ ਕਿ ਜਦੋਂ ਬਾਈ ਜੀ ਹੁਣਾਂ ਦੇ ਨਾਲ ਗੱਲਬਾਤ ਕਰਦੇ ਹੁੰਦੇ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ, ਉਦੋਂ ਵੀ ਔਰ ਪਿੱਛੋਂ ਵੀ ਜਦੋਂ ਹੋਰ ਬੰਦਿਆਂ ਨਾਲ ਵੀ ਗੱਲਬਾਤ ਕਰੀ ਦੀ ਹੈ ਨਾ, ਕਿ ਕਦੇ ਪੜ੍ਹਿਆ ਯਾਰ ਲਿਖਤ ਪੜ੍ਹੀਏ ਬਾਈ ਜੀ ਹੁਣਾਂ ਦੀ, ਮਤਲਬ ਕਿਸ ਤਰ੍ਹਾਂ ਤੁਹਾਨੂੰ ਇੱਕ ਮੋਟੀਵੇਟ ਕਰਦੀ ਹੈ, ਕਿਸ ਤਰ੍ਹਾਂ ਤੁਹਾਨੂੰ ਇੱਕ ਨਾ ਸ਼ਾਰਟ ਸ਼ਬਦਾਂ ਦੇ ਵਿੱਚ, ਥੋੜ੍ਹੇ ਸ਼ਬਦਾਂ ਦੇ ਵਿੱਚ ਉਹ ਗੱਲਾਂ ਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਉਹ ਇਹ ਲੱਗਦਾ ਕਿ ਯਾਰ ਉਹ ਮੇਰੇ ਨਾਲ ਵਾਪਰੀਆਂ, ਤੁਹਾਡੇ ਨਾਲ ਵਾਪਰੀਆਂ ਹੋ ਸਕਦੀਆਂ, ਔਰ ਉਹਨਾਂ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲ ਜਾਵੇ। ਸਾਨੂੰ ਨਾ ਛੋਟੀਆਂ ਗੱਲਾਂ, ਜਿੱਦਾਂ ਮੂਵੀ ਹੁੰਦੀ ਸੀ ਪਹਿਲਾਂ 3 ਘੰਟੇ ਦਾ ਸਾਈਜ਼ ਸੀ, ਫਿਰ ਉਹਦਾ 2.5 ਦਾ ਕਰਤਾ, ਹੁਣ ਮੇਰਾ 2 ਘੰਟੇ ਦਾ ਹੀ ਆ। ਅਤੇ ਆ ਜਿਹੜਾ ਸੋਸ਼ਲ ਮੀਡੀਆ ਆ ਗਿਆ ਨਾ, ਇਹ ਤੇ ਜਿੰਨੀ ਸ਼ਾਰਟ ਦੇ ਵਿੱਚ ਗੱਲ ਕੀਤੀ ਜਾਵੇ ਔਰ ਸਾਹਮਣੇ ਵਾਲੇ ਦੇ ਪੱਲੇ ਪੈ ਜਾਵੇ, ਸੋ ਉਹ ਗੱਲਬਾਤ ਕਰਦੇ ਆ ਹਰਪ੍ਰੀਤ ਜਵੰਦਾ ਸਾਹਿਬ। ਉਹ ਲਿਖਤ ਲਿਖਦੇ ਆ ਅਤੇ ਇੱਦਾਂ ਦੀ ਨੋਕ ਟੋਕ ਹੁੰਦੀ ਆ ਕਿ ਉਹ ਇਹ ਲੱਗਦਾ ਕਿ ਸਾਡੇ ਨਾਲ ਵਾਪਰੀ ਹੋਈ ਆ। ਸੋ ਇਸ ਕਰਕੇ ਮੈਂ ਹਮੇਸ਼ਾ ਹੀ ਬਾਈ ਜੀ ਹੁਣਾਂ ਦੀ ਤਾਰੀਫ ਕਰਦਾ ਹੁੰਦਾ। ਔਰ ਕੋਈ ਵੀ ਇੱਦਾਂ ਦੀ ਉਹਨਾਂ ਦੀ ਜਿਹੜੀ ਲਿਖਤ ਹੁੰਦੀ ਆ, ਕਿਸੇ ਦੀ ਹੱਡ ਬੀਤੀ ਹੁੰਦੀ ਆ, ਆਪਣੀ ਹੁੰਦੀ ਆ, ਜਾਂ ਆਪਣੇ ਫਾਦਰ ਸਾਹਿਬ ਦੀਆਂ ਗੱਲਾਂ ਬਾਤਾਂ ਬਹੁਤ ਕਰਦੇ ਹੁੰਦੇ ਆ ਕਹਾਣੀਆਂ ਦੇ ਵਿੱਚ, ਜਾਂ ਹੋਰ ਆਪਣੇ ਆਸੇ ਪਾਸੇ ਦੀਆਂ। ਸੋ ਉਹ ਜਦੋਂ ਪੜ੍ਹੀ ਦਾ ਨਾ ਬੜਾ ਚੰਗਾ ਲੱਗਦਾ, ਅਤੇ ਮੈਂ ਨਹੀਂ ਛੱਡਦਾ ਕੋਈ, ਠੀਕ ਹੈ ਜੀ। ਹਰ ਲਿਖਤ ਉਹਨਾਂ ਦੀ ਪੜ੍ਹਦਾ ਅਤੇ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਲਿਖਤ ਦੇ ਵਿੱਚੋਂ ਇੱਕ ਜਿਹੜੀ ਹੱਡ ਬੀਤੀ ਕਹਾਣੀ ਹੁੰਦੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਵਿਨੀਪੈਗ ਗੱਲਬਾਤ ਕਰਾਂਗੇ। ਅਤੇ ਅੱਜ ਦੀ ਜਿਹੜੀ ਕਹਾਣੀ ਆ, ਗਰੀਬੀ ਹੈ ਨਾ, ਕਿੰਨੀ ਕੁ ਗਰੀਬੀ ਬੰਦੇ 'ਤੇ ਹੋ ਸਕਦੀ ਹੈ, ਕਿਸ ਤਰ੍ਹਾਂ ਉਹਦੇ ਬਾਰੇ ਸੋਚਣ ਦਾ ਨਜ਼ਰੀਆ ਹੈ ਨਾ। ਅਤੇ ਉਹ ਜਿਹੜਾ ਇਨਸਾਨ ਹੁੰਦਾ, ਅੱਗੇ ਪਿਛਲੇ ਦਿਨਾਂ 'ਚ ਵੀ ਇੱਕ ਕਹਾਣੀ ਕਰੀ ਸੀਗੀ ਕਿ ਜਿੱਦਾਂ ਕਹਿੰਦੇ ਕਿ ਗਰੀਬ ਆ ਨਾ, ਜਦੋਂ ਜਨਮ ਲੈਂਦਾ ਉਦੋਂ ਤੋਂ ਕਰਜ਼ੇ, ਉਹ ਵੀ ਮਤਲਬ ਲੋਨ ਲੈ ਕੇ, ਕਰਜ਼ਾ ਵਿਆਜੂ ਪੈਸੇ ਲੈ ਕੇ, ਕਹਿੰਦੇ ਆਪਣੇ ਬੱਚੇ ਦਾ ਜਦੋਂ ਜਨਮ ਹੁੰਦਾ, ਜਿਹੜੇ ਉਹਨੇ ਖਰਚੇ ਕਰਨੇ ਹੁੰਦੇ ਆ ਉਹਨੂੰ ਲੈਣਾ ਪੈਂਦਾ। ਅਤੇ ਜਦੋਂ ਇਸ ਸੰਸਾਰ ਤੋਂ ਜਾਂਦਾ ਅਤੇ ਉਦੋਂ ਵੀ ਕਰਜ਼ਾ ਹੀ ਲੈ ਕੇ, ਕਹਿੰਦੇ ਉਹਦਾ ਫਿਊਨਲ, ਅੰਤਮ ਸੰਸਕਾਰ ਕਰਨੇ ਪੈਂਦੇ ਆ। ਅਤੇ ਅੱਜ ਦੀ ਵੀ ਕਹਾਣੀ ਇਹਦੇ ਨਾਲ ਮਿਲਦੀ ਜੁਲਦੀ ਆ। ਸੋ ਉਹ ਮਾਤਾ ਜੀ ਹੁਣਾਂ ਦੀ ਕਹਾਣੀ ਜਵੰਦਾ ਸਾਹਿਬ ਸਾਂਝੀ ਕਰਨਗੇ ਪਾਰਟ 1 ਦੇ ਵਿੱਚ, ਅਤੇ ਪਾਰਟ 2 ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਵਿਨੀਪੈਗ ਸ਼ਹਿਰ ਦੀ ਰੀਅਲ ਅਸਟੇਟ ਦੇ ਸੰਬੰਧ ਵਿੱਚ। ਜਸਟਿਨ ਟਰੂਡੋ ਸਾਹਿਬ ਜਿਹੜੇ ਕਹਿ ਰਹੇ ਕਿ ਸਾਡੀ ਹੁਣ ਦੁਬਾਰਾ ਤੁਸੀਂ ਫੁੱਲ ਮੈਜੋਰਟੀ ਦੇ ਵਿੱਚ ਸਰਕਾਰ ਬਣਾ ਦੋਗੇ ਨਾ, ਅਸੀਂ ਇਹ 'ਤੇ ਕੰਟਰੋਲ ਕਰ ਲਾਂਗੇ, ਜਿਹੜੇ ਰੇਟ ਬਹੁਤ ਵੱਧ ਰਹੇ ਆ ਨਾ ਇਹਨਾਂ ਨੂੰ ਰੋਕਾਂਗੇ। ਅਤੇ ਕੁਛ ਲੋਕ ਜਿਨ੍ਹਾਂ ਨੇ ਮਹਿੰਗੇ ਭਾਅ ਦੇ ਵਿੱਚ ਖਰੀਦੇ ਆ, ਇਨਵੈਸਟਮੈਂਟ ਕੀਤੀ ਆ, ਉਹ ਕਹਿੰਦੇ ਜੇ ਇੱਦਾਂ ਕਰਤਾ ਤਾਂ ਸਾਡਾ ਕੀ ਬਣੂਗਾ। ਉਹ ਗੱਲਾਂ ਬਾਤਾਂ ਕਰਾਂਗੇ ਪਾਰਟ 2 ਦੇ ਵਿੱਚ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਬਾਈ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਬਰਾੜ ਸਾਹਿਬ ਸਤਿ ਸ਼੍ਰੀ ਅਕਾਲ, ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਸਾਰੇ ਜਿਹੜੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜਵੰਦਾ ਸਾਹਿਬ। ਸੱਚੀ ਮੁੱਚੀ ਮੇਰੇ ਕੋਲੇ ਕਈ ਵਾਰ ਸ਼ਬਦ ਮੁੱਕ ਜਾਂਦੇ ਆ, ਜਦੋਂ ਲਿਖਤ ਤੁਹਾਡੀ ਪੜ੍ਹਦਾ ਨਾ ਸ਼ਬਦ ਮੁੱਕ ਜਾਂਦੇ ਆ, ਔਰ ਮੈਂ ਚਾਹੁੰਦਾ ਹੁੰਦਾ ਕੁਛ ਨਾ ਕੁਛ ਕਮੈਂਟ ਜ਼ਰੂਰ ਉੱਥੇ ਲਿਖਾਂ। ਅਤੇ ਜਦੋਂ ਕਹਾਣੀ ਪੜ੍ਹਨ ਤੋਂ ਬਾਅਦ ਨਾ ਕਮੈਂਟ ਪੜ੍ਹੀ ਜਾਂਦੇ ਆ, ਅਤੇ ਮੇਰੇ ਕੋਲੇ ਫਿਰ ਹੁੰਦਾ ਕਿ ਯਾਰ ਬਸ ਵੈਰੀ ਨਾਈਸ ਹੀ ਲਿਖਦਾ ਜਾਂ ਠੀਕ ਹੈ ਹੀ ਲਿਖਦਾ ਹੈ ਨਾ। ਜਿਸ ਤਰ੍ਹਾਂ ਤੁਸੀਂ ਹੁਣ ਮਾਤਾ ਜੀ ਹੁਣਾਂ ਦੀ ਗੱਲਬਾਤ ਕਰਨੀ ਆ, ਉਸ ਤੋਂ ਬਾਅਦ ਇੱਕ ਜਿਹੜੀ ਆਪਣੀ ਹੱਡ ਬੀਤੀ ਤੁਸੀਂ ਲਿਖੀ ਸੀ, ਕੋਸ਼ਿਸ਼ ਕਰਾਂਗੇ ਅਗਲੇ ਦਿਨਾਂ 'ਚ ਉਹ ਵੀ ਸਾਂਝੀ ਕਰਾਂਗੇ, ਕਿਉਂਕਿ ਉਹ ਤਕਰੀਬਨ ਤੁਹਾਡੀ ਨਹੀਂ, ਸੰਦੀਪ ਦੀ ਨਹੀਂ, ਉਹ ਹਰ ਕਿਸੇ ਦੀ ਕਹਾਣੀ ਹੋ ਸਕਦੀ ਆ। ਉਹ ਇਹ ਨਹੀਂ ਕਿ ਕਿਸੇ ਪੰਜਾਬੀ ਦੀ ਆ, ਇੰਡੀਅਨ ਦੀ ਆ, ਉਹ ਹਰ ਕਮਿਊਨਿਟੀ ਨਾਲ ਸੰਬੰਧਿਤ ਹੋ ਸਕਦੀ ਹੈ। ਉਹ ਵੀ ਆਪਾਂ ਸ਼ੇਅਰ ਕਰਾਂਗੇ। ਅਤੇ ਅੱਜ ਜਿਹੜੀ ਮਾਤਾ ਜੀ ਵਾਲੀ ਕਹਾਣੀ ਆ, ਆਪਾਂ ਮੈਨੂੰ ਲੱਗਦਾ ਉਹ 'ਤੇ ਜਿਹੜੀ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਦੱਸੀ ਸੀ ਜਾਂ ਤੁਸੀਂ ਦੇਖਿਆ ਸੀ, ਉਹ ਆਪਾਂ ਸਾਂਝੀ ਕਰੀਏ ਜੀ, ਕਿ ਗਰੀਬੀ ਕਿੰਨੀ ਕੁ ਔਖੀ ਹੁੰਦੀ ਹੈ ਜੀ। ਜੀ ਹਾਂਜੀ ਬਰਾੜ ਸਾਹਿਬ, ਪਹਿਲੀ ਗੱਲ ਜਿਹੜੀ ਤੁਸੀਂ ਹੁਣੇ ਭੂਮਿਕਾ ਬੰਨੀ ਹੈ ਗਰੀਬੀ ਦੀ ਜੀ, ਉਹ ਕਹਿੰਦੇ ਜਿਹੜਾ ਬੰਦਾ ਗਰੀਬੀ ਦੀ ਸੂਈ ਦੇ ਨੱਕੇ ਵਿੱਚੋਂ ਲੰਘਿਆ ਹੁੰਦਾ ਹੈ ਤਾਂ ਉਹਨੂੰ ਅਸਲ ਮਾਇਨੇ 'ਚ ਪਤਾ ਹੁੰਦਾ ਵੀ ਗਰੀਬੀ ਹੈ ਕੀ ਹੈ। ਜਿਹੜੀ ਹਾਰਡਸ਼ਿਪ ਹੈ, ਜਿਹੜੀ ਬਚਪਨ ਦੀ ਜਾਂ ਜਵਾਨ ਹੁੰਦੇ ਟਾਈਮ ਤੇ ਜਿਹੜੀ ਹਾਰਡਸ਼ਿਪ ਆ, ਉਹ ਕਿੰਨੀ ਪਿੰਚ ਕਰਦੀ ਹੈ ਤੁਹਾਨੂੰ। ਹਰ ਇੱਕ ਮੂਵਮੈਂਟ ਤੇ ਤੁਹਾਨੂੰ ਚੈਲੰਜਸ ਫੇਸ ਕਰਨੇ ਪੈਂਦੇ ਆ ਜੀ। ਕੁਝ ਲੋਕਾਂ ਦੀ ਇਸ ਜੂਨ ਸੁਧਰ ਜਾਂਦੀ ਹੈ ਥੋੜਾ ਜਿਹਾ ਅੱਗੇ ਜਾ ਕੇ, ਲੇਕਿਨ ਕੁਝ ਲੋਕ ਮੜੀ ਤੱਕ ਪੈਣ ਤੱਕ ਵੀ ਉਹਨਾਂ ਦੀ ਹਾਲਤ ਜਿਹੜੀ ਉਹ ਉਸੇ ਤਰ੍ਹਾਂ ਰਹਿੰਦੀ ਹੈ ਜੀ। ਤੇ ਇਹ ਅਸਲ ਵਿੱਚ ਤਰਾਸਦੀ ਹੈ ਜੀ ਆਪਣੇ
ਹਿੰਦੁਸਤਾਨ ਦੀ, ਪੰਜਾਬ ਦੀ ਕਹਿ ਲਓ, ਜੀ ਕਿ ਜ਼ਿਆਦਾਤਰ ਜਿਹੜੀ ਪੋਪੂਲੇਸ਼ਨ ਹੈ ਉਹ ਬਿਲੋ ਪਾਵਰਟੀ ਲਾਈਨ ਰਹਿ ਰਹੀ ਹੈ। ਤੇ ਉਹ ਸਾਨੂੰ ਚਲੋ ਪਰਮਾਤਮਾ ਨੇ ਦਿੱਤਾ ਹੈ ਜੀ, ਰਿਜ਼ਕ ਦਿੱਤਾ ਹੈਗਾ, ਵਧੀਆ ਕੰਟਰੀ ਦਿੱਤੀ ਹੈ ਸਾਨੂੰ। ਕਈ ਵਾਰੀ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਲੇਕਿਨ ਸਾਡਾ ਫਰਜ਼ ਬਣਦਾ ਹੈ ਕਿ ਜੋ ਅਸੀਂ ਬਚਪਨ 'ਚ ਦੇਖਿਆ ਹੈ, ਜੋ ਅਸੀਂ ਜਵਾਨ ਹੁੰਦਿਆਂ ਦੇਖਿਆ ਹੈ, ਉਹ ਅਸੀਂ ਨੈਕਸਟ ਜਨਰੇਸ਼ਨ ਨਾਲ ਜ਼ਰੂਰ ਸ਼ੇਅਰ ਕਰੀਏ। ਬਿਲਕੁਲ। ਇਹ ਵਨ ਆਫ ਦੈਟ ਇਨਸੀਡੈਂਟ ਹੈਗੀ ਹੈ ਜੀ, ਜਿਹੜੀ ਆਪਾਂ ਦੇਖੀ ਹੈ। ਮੇਰੇ ਫਾਦਰ ਰੇਲਵੇ 'ਚ ਸਨ ਤੇ ਉਹਨਾਂ ਨੇ ਕਾਫੀ ਇਹੋ ਜਿਹੇ ਵਰਤਾਰੇ ਜਿਹੜੇ ਨੇ ਆਪਣੇ ਅੱਖੀਂ ਵੇਖੇ ਹੈ ਜਾਂ ਹੰਢਾਏ ਹੈ, ਜਾਂ ਉਹਨਾਂ ਵਾਹ ਪੈਂਦਾ ਸੀ ਪਬਲਿਕ ਦੇ ਨਾਲ, ਜਿਹੜੀ ਬਹੁਤ ਹੁੰਦੀ ਸੀ। ਤੋ ਇਹ ਮੁਕਤਾ ਜੀ ਵੀ ਇੱਕ ਉਸੇ ਕੈਟੇਗਰੀ ਚੋਂ ਆਉਂਦੇ ਆ। ਤੇ ਉਹ ਮੈਂ ਸ਼ੁਰੂ ਕਰਦਾ ਕਿ ਚੀਨਾ ਰੇਲ ਵਾਲਾ ਸਟੇਸ਼ਨ ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦੀ ਰੇਲਵੇ ਲਾਈਨ ਤੇ ਦੂਜਾ ਵੱਡਾ ਸਟੇਸ਼ਨ ਸੀ। 82-83 ਦੇ ਵੇਲੇ ਇੱਥੇ ਇੱਕ ਸਟੇਸ਼ਨ ਮਾਸਟਰ ਲੱਗਾ ਹੁੰਦਾ ਸਾਂ ਮੈਂ, ਬੀਇੰਗ ਏ ਫਾਦਰ 30 ਸ਼ਬਦਾਵਲੀ ਯੂਜ਼ ਕਰ ਰਿਹਾ ਜੀ। ਲਾਗੇ ਚਾਗੇ ਤੇ ਪਿੰਡਾਂ ਦੇ ਕਿੰਨੇ ਸਾਰੇ ਲੋਕ ਅਕਸਰ ਹੀ ਇੱਥੋਂ ਆ ਕੇ ਗੱਡੀ ਚੜਿਆ ਕਰਦੇ ਹੁੰਦਾ ਨਾ। ਕਈ ਵਾਰੀ ਲਾਗੇ ਦੇ ਪਿੰਡ ਹੁੰਦੇ ਛੋਟੇ, ਕੋਈ ਝਾੜੀ ਕਰਨ ਜਾਂਦਾ ਹੈ, ਕੋਈ ਇੱਧਰ ਜਾਂਦਾ ਹੈ, ਕੋਈ ਇੱਧਰ, ਹਨਾ ਜੀ। ਤੋਂ ਕਾਫੀ ਪੈਸੇਂਜਰ ਗੱਡੀਆਂ ਹੁੰਦੀਆਂ, ਥੋੜੇ ਡੱਬੇ ਹੁੰਦੇ, ਕਾਫੀ ਭੀੜ ਹੁੰਦੀ ਹੈ ਜੀ। ਤੇ ਇੱਕ ਬੁੱਢੀ ਮਾਤਾ ਅਕਸਰ ਹੀ 11 ਵਜੇ ਵਾਲੀ ਗੱਡੀ ਦੇ ਟਾਈਮ ਸਟੇਸ਼ਨ ਤੇ ਆ ਜਾਇਆ ਕਰਦੀ। ਸੋਲ ਉੱਥੋਂ ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦਿਆਂ ਅਗਲਾ 3-4 ਧਾਰੀਵਾਲ ਤੋਂ ਕੇ ਸਟੇਸ਼ਨ ਹੈ ਜੀ, ਛੋਟਾ ਜਿਹਾ ਜੀ। ਸੋਲ ਪਿੰਡ ਲਾਗੇ ਉਸਦੀ ਕੁੜੀ ਵਿਆਹੀ ਹੋਈ ਸੀ ਜੀ। ਟਿਕਟਾਂ ਕੱਟਣ ਲੱਗਦਾ ਤਾਂ ਹੱਥ ਜੋੜ ਦਿਆ ਕਰਦੀ ਕਿ ਪੁੱਤਰਾ ਟਿਕਟਾਂ ਵਾਸਤੇ ਪੈਸੇ ਹੈ ਨਹੀਂ, ਟਿਕਟਾਂ ਜੋ ਕਿ ਪੈਸੇ ਹੈ ਨਹੀਂ ਗੇ। ਨਾਲ ਹੀ ਉਸਦਾ ਰੋਣ ਨਿਕਲ ਜਾਇਆ ਕਰਦਾ ਜੀ। ਮੈਂ ਬਥੇਰਾ ਆਖਦਾ ਕਿ ਮਾਤਾ ਗੱਲ ਜੋ ਮਰਜ਼ੀ ਕਰ ਲਿਆ ਕਰ, ਪਰ ਰੋਇਆ ਨਾ ਕਰ। ਅੱਛਾ ਪੁੱਤ ਆਖ ਕੇ ਅੱਖਾਂ ਪੂੰਝਣ ਲੱਗ ਪੈਂਦੀ ਜੀ। ਫਿਰ ਮੈਂ ਗੱਡੀ ਦੇ ਗਾਰਡ ਨੂੰ ਆਖ ਕੇ, ਗਾਰਡ ਹੁੰਦਾ ਜਿਹੜਾ ਤੁਸੀਂ ਕਹਿ ਲਓ ਕੰਡਕਟਰ ਗੱਡੀ ਦਾ ਜੀ, ਫਿਰ ਮੈਂ ਗੱਡੀ ਦੇ ਗਾਰਡ ਨੂੰ ਆਖ ਕੇ ਉਸਨੂੰ ਹਰ ਵਾਰ ਮੁਫਤ ਵਿੱਚ ਹੀ ਗੱਡੀ ਚੜਾ ਦਿਆ ਕਰਦਾ ਜੀ। ਗਾਰਡ ਪੁੱਛਦਾ ਕਿ ਸਰਦਾਰ ਜੀ ਇਹ ਕੌਣ ਹੈ ਜੀ। ਮੈਂ ਆਖਦਾ ਇਹ ਮੇਰੀ ਦੂਰ ਦੀ ਮਾਸੀ ਹੈ। ਅਕਸਰ ਹੀ ਵੇਖਦਾ ਹੁੰਦਾ ਉਸਦੇ ਪੈਰੀ ਇੱਕੋ ਤਰ੍ਹਾਂ ਦੀ ਚੱਪਲ ਹੋਇਆ ਕਰਦੀ ਸੀ ਜੀ। ਕਿੰਨੇ ਥਾਵਾਂ ਤੋਂ ਟੁੱਟੀ, ਕਿੰਨੇ ਥਾਵਾਂ ਤੋਂ ਗੰਢਾਈ ਹੋਈ, ਥਾਂ ਤੋਂ ਕਸੀ ਹੋਈ ਕੈਂਚੀ ਚੱਪਲ ਜੀ। ਅੰਗੂਠੇ ਵਾਲੀ ਜਗ੍ਹਾ ਤੋਂ ਤਾਂ ਇੱਕ ਏਡਾ ਵੱਡਾ ਮਗੋਰਾ ਹੋਇਆ ਹੁੰਦਾ ਕਿ ਕੰਕਰ ਰੋੜੇ ਵੱਜ ਕੇ ਅਕਸਰ ਹੀ ਉਸਦਾ ਖੂਨ ਨਿਕਲਿਆ ਹੁੰਦਾ। ਹਲਕੀ ਦੀ ਪੱਟੀ ਬੰਨੀ ਹੁੰਦੀ। ਇੱਕ ਵਾਰ ਇੰਜ ਹੀ ਕੋਲ ਨਿੱਕੇ ਜਿਹੇ ਕਸਬੇ ਨੌਸ਼ਹਿਰਾ ਮੱਝਾ ਸਿੰਘ ਗਿਆ ਤੇ ਉਸ ਜੋਗੀ ਇੱਕ ਨਵੀਂ ਕੰਚੀ ਚੱਪਲ ਮੁੱਲ ਲੈ ਆਂਦੀ ਜੀ ਤੇ ਆਪਣੇ ਕੋਲ ਸਟੇਸ਼ਨ ਦਫ਼ਤਰ ਤੇ ਰੱਖ ਲਈ। ਅਗਲੀ ਵਾਰ ਜਦੋਂ ਉਹ ਗੱਡੀ ਚੜਨ ਆਈ ਤਾਂ ਉਸਦੀ ਪੁਰਾਣੀ ਚੱਪਲ ਲੁਹਾ ਲਈ, ਨਵੀਂ ਉਸਦੇ ਪੈਰੀ ਪਵਾ ਦਿੱਤੀ। ਉਹ ਬਹੁਤ ਜ਼ਿਆਦਾ ਖੁਸ਼ ਹੋਈ, ਤੁਰ ਕੇ ਵੇਖਣ ਲੱਗੀ, ਕਦੀ ਇੱਧਰ ਕਦੀ ਉੱਧਰ, ਆਪਣੇ ਆਪ ਨੂੰ ਦੇਖਦੀ, ਆਪਣੇ ਪੈਰਾਂ ਨੂੰ ਦੇਖਦੀ ਜੀ। ਕਿ ਢੇਰ ਸਾਰੀਆਂ ਸੀਸਾਂ ਦੇਣ ਲੱਗ ਪਈ ਜੀ। ਤੇ ਗੱਡੀ ਆ ਗਈ, ਇੰਨੇ ਚਿਰ ਨੂੰ ਗੱਡੀ ਆ ਗਈ ਤੇ ਮੈਂ ਥੋੜਾ ਰੁੱਝ ਜਿਹਾ ਗਿਆ। ਮੈਨੂੰ ਪਤਾ ਨਹੀਂ ਲੱਗਾ ਕਦੋਂ ਗੱਡੀ ਚੜ ਗਈ। ਮਗਰੋਂ ਮੈਂ ਇੱਕ ਗੱਲ ਨੋਟਿਸ ਕੀਤੀ ਕਿ ਉਸਦੇ ਪੈਰੋਂ ਲੁਹਾਈ ਹੋਈ ਪੁਰਾਣੀ ਜੁੱਤੀ ਵੀ ਕਿਤੇ ਨਹੀਂ ਸੀ ਦਿਸ ਰਹੀ ਜੀ। ਖੈਰ ਕੁਝ ਦਿਨਾਂ ਮਗਰੋਂ ਉਹ ਮੈਨੂੰ ਗੱਡੀ ਉਤਰਦਿਆਂ ਮਿਲ ਪਈ, ਪਰ ਇੰਜ ਲੱਗਾ ਜਿਸ ਤਰ੍ਹਾਂ ਨਜ਼ਰ ਬਚਾ ਕੇ ਮੇਰੇ ਦੂਰੋਂ ਦੀ ਲੰਘ ਚੱਲੀ ਹੋਏ ਜੀ। ਪਰ ਮੈਂ ਆਵਾਜ਼ ਮਾਰ ਕੇ ਕੋਲ ਸੱਦ ਲਿਆ, ਹਾਲ ਚਾਲ ਪੁੱਛਿਆ। ਫਿਰ ਮੈਂ ਅਚਾਨਕ ਕੀ ਦੇਖਿਆ ਕਿ ਉਸਦੇ ਪੈਰੀ ਉਹੀ ਪੁਰਾਣੀ ਚੱਪਲ ਪਾਈ ਹੋਈ ਸੀ ਜੀ। ਮੈਂ ਗੁੱਸੇ ਦੇ ਨਾਲ ਪੁੱਛਿਆ ਕਿ ਮਾਤਾ ਨਵੀਂ ਕਿੱਥੇ ਗਵਾ ਆਈ ਹੈ? ਹੱਸਦੀ ਹੋਈ ਆਖਣ ਲੱਗੀ, ਵੇ ਪੁੱਤਰਾ ਗਵਾਈ ਨਹੀਂ ਹੈ, ਉਹ ਆਪਣੀ ਕੁੜੀ ਦੇ ਪੈਰੀ ਪਵਾ ਦਿੱਤੀ ਹੈ ਜੀ। ਉਸਤੇ ਵਾਲੀ ਦਾ ਤੇ ਮੇਰੇ ਵਾਲੀ ਨਾਲੋਂ ਵੀ ਮਾੜਾ ਹਾਲ ਸੀ। ਤੇ ਬਾਪੂ ਜੀ ਕਹਿੰਦੇ ਵੀ
ਹੁਣ ਇਸ ਵਾਰ ਅਥਰੂ ਵਹਾਉਣ ਦੀ ਵਾਰੀ ਸ਼ਾਇਦ ਮੇਰੀ। ਜੀ ਸੋ ਜਵੰਦਾ ਸਾਹਿਬ ਦੇਖੋ ਸੋਚ ਕੇ ਹੈ ਨਾ, ਤੁਸੀਂ ਪਿੱਛੇ ਜੋ ਚਲੇ ਜਾਂਦੇ ਆ ਨਾ, ਹਰ ਮਤਲਬ ਸੱਚੀ ਕਈ ਆਪਾਂ ਇਹਨਾਂ ਵਿੱਚੋਂ ਨਿਕਲੇ ਹੋਏ ਆ ਜੀ, ਤੇ ਕਈ ਆਪਾਂ ਦੇਖੇ ਆ ਹੈ ਨਾ, ਇੱਦਾਂ ਦੇ ਪਰਿਵਾਰ ਦੇਖੇ ਆ ਜੀ, ਅਸੀਸਾਂ ਮਤਲਬ ਕਿਸ ਤਰ੍ਹਾਂ ਉਹ ਅਸੀਸਾਂ ਦਿੰਦੇ ਆ, ਔਰ ਕਿੰਨੀ ਗਰੀਬੀ ਜਵੰਦਾ ਸਾਹਿਬ ਸੱਚੀ ਮੁੱਚੀ ਹੈ ਨਾ। ਸੋ ਇੱਕ ਵਾਰ ਨਾ ਮੇਰਾ ਪਿੰਡ ਚੰਨੂਵਾਲਾ ਜੀ, ਬਾਘਿਆ ਪੁਰਾਣਾ ਦੇ ਨਾਲ, ਡਿਸਟ੍ਰਿਕਟ ਮੋਗਾ ਦੇ ਵਿੱਚ, ਤੇ ਜਵੰਦਾ ਸਾਹਿਬ ਅਸੀਂ ਪਿੰਡ ਵਾਲਿਆਂ ਨੇ ਨਾ ਸਾਰੇ ਇੱਥੇ ਸੋਚਿਆ ਕਿ ਕੁਛ ਨਾ ਕੁਛ ਕੀਤਾ ਜਾਵੇ ਹੈ ਨਾ, ਕਿ ਆਪਾਂ ਨੂੰ ਪਤਾ ਹੀ ਹੁੰਦਾ ਜੀ, ਕੁਛ ਪਰਿਵਾਰ ਖਾਸ ਕਰਕੇ ਜਿਹੜੇ ਆਪਣੇ ਪਰਿਵਾਰ ਕੁਛ ਹੁੰਦੇ ਆ, ਆਪਣੇ ਦਿਹਾੜੀ ਵਗੈਰਾ ਕਰਦੇ ਆ, ਜ਼ਮੀਨਾਂ ਨਹੀਂ ਹੁੰਦੀਆਂ, ਮੁਸ਼ਕਲ ਦਾ ਸਮਾਂ ਹੁੰਦਾ ਹੈ ਨਾ, ਤੇ ਮੈਂ ਆਖਿਆ ਯਾਰ ਕੁਛ ਕਰੀਏ। ਠੀਕ ਹੈ, ਇਹ ਤਕਰੀਬਨ ਥੋੜ੍ਹੀ ਪੁਰਾਣੀ ਗੱਲ ਹੋ ਗਈ ਆ, ਤੇ ਸਾਰੇ ਐਗਰੀ ਹੋ ਗਏ, ਈਵਨ ਕਿ ਹੋਰ USA ਰਹਿੰਦੇ ਉਹਨਾਂ ਨਾਲ ਵੀ ਗੱਲਬਾਤ ਹੋਈ, ਤੇ ਅਸੀਂ ਸੋਚਿਆ ਕਿ ਯਾਰ ਇਹਨਾਂ ਲਈ ਆਪਾਂ ਨਾ ਕੁਛ ਜਿਵੇਂ ਕੁਛ ਜਿਹੜੀਆਂ ਰੋਜ਼ਮਰਾ ਦੀਆਂ ਚੀਜ਼ਾਂ ਜਿਵੇਂ ਹੋ ਗਿਆ ਆਟਾ, ਦਾਲਾਂ, ਸਬਜ਼ੀਆਂ, ਕੁਛ ਨਾ ਕੁਛ ਇੱਦਾਂ ਕਰੀਏ। ਤੇ ਇੱਕ ਬੜਾ ਸਿਆਣਾ ਬੰਦਾ ਸੀ, ਉਹ ਕਹਿੰਦਾ ਵੀ ਨਹੀਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਅਸੀਂ ਉਹਨਾਂ ਨੂੰ ਲਾਚਾਰ ਬਣਾ ਦਾਂਗੇ ਬੰਦਿਆਂ ਨੂੰ। ਜਿਹੜਾ ਕੰਮ ਮਿਹਨਤ ਆ ਨਾ, ਮਿਹਨਤ ਕਰਨੀ ਬੰਦੇ ਦੀ ਜ਼ਰੂਰੀ ਆ, ਗਰੀਬੀ ਆ ਗਈ ਕੋਈ ਗੱਲ ਨਹੀਂ, ਕੁਛ ਇੱਦਾਂ ਦਾ ਸ਼ੁਰੂ ਕੀਤਾ ਜਾਵੇ ਕਿ ਜਿਹਦੇ ਨਾਲ ਰੁਜ਼ਗਾਰ ਪੈਦਾ ਕੀਤੇ ਜਾਣ ਉਹਦੀ ਸਮਰੱਥਾ ਮੁਤਾਬਕ, ਔਰ ਜਿਹੜਾ ਰੁਜ਼ਗਾਰ ਵੀ ਪੈਦਾ ਕਰਨੇ ਆ ਨਾ ਜਵੰਦਾ ਸਾਹਿਬ, ਉਹ ਜਿਹੜੇ ਉਹਨਾਂ ਨੂੰ ਰੁਪਈਆਂ ਦੇ ਵਿੱਚ ਮਦਦ ਕਰਨੀ ਆ, ਜੇ ਕੋਈ ਰੇਹੜੀ ਲਾ ਸਕਦਾ, ਕੋਈ ਸਬਜ਼ੀ ਵੇਚ ਸਕਦਾ, ਉਹ ਰਕਸ਼ਾ ਚਲਾ ਸਕਦਾ, ਜਿੱਦਾਂ ਦੀ ਉਹਦੀ ਸਮਰੱਥਾ ਹੈ, ਤੁਸੀਂ ਰਲ ਕੇ ਜੇ ਉਹਦੀ ਉਹ ਸਮਰੱਥਾ ਮੁਤਾਬਕ ਉਹ ਹੈਲਪ ਕਰ ਦਿਓ, ਭਾਈ ਤੂੰ ਆ ਲੈ ਇਹਦੇ ਤੋਂ ਰੁਜ਼ਗਾਰ ਕਮਾ, ਔਰ ਜਿਹੜੇ ਉਹ ਰੁਪਈਏ ਦਿੱਤੇ ਆ ਉਹਨੂੰ ਕਹਿਣਾ ਵੀ ਇੰਟਰਸਟ ਨਹੀਂ, ਤੂੰ ਇਹਨੂੰ ਵਾਪਸ ਕਰਨੇ ਆ, ਕਿ ਉਹਦੀ ਜਿਹੜੀ ਜ਼ਮੀਰ ਆ ਨਾ, ਉਹ ਮਤਲਬ ਹਮੇਸ਼ਾ ਉਹਨੂੰ ਇਹ ਹੋਵੇ ਕਿ ਮੈਂ ਕਿਸੇ ਦੇ ਥੱਲੇ ਨਹੀਂ ਲੱਗਾ ਹੈ ਨਾ। ਆਂਦਾ ਕੁਛ ਇਦਾਂ ਦਾ ਕਰਿਓ, ਤੇ ਜਿਹੜੀ ਉਹ ਹੋਏ ਉਹ ਅੱਗੇ ਕਿਸੇ ਦੀ ਮਦਦ ਹੋਵੇ। ਮੈਨੂੰ ਬੜੀ ਚੰਗੀ ਗੱਲ ਲੱਗੀ, ਤੇ ਅਫਸੋਸ ਮੈਨੂੰ ਇਸ ਗੱਲ ਦਾ ਜੀ ਕਿ ਅਸੀਂ ਉਹ ਕਰ ਨਹੀਂ ਸਕੇ। ਠੀਕ ਹੈ, ਬਹੁਤ ਵੱਡਾ ਅਫਸੋਸ ਆ ਜੀ, ਕਿਉਂਕਿ ਉਹਦੇ ਕਾਰਨ ਜਵੰਦਾ ਸਾਹਿਬ ਬਹੁਤ ਸਾਰੇ ਬਣ ਜਾਂਦੇ ਆ। ਸਭ ਤੋਂ ਵੱਡਾ ਕਾਰਨ ਤਾਂ ਸੀ ਕਿ ਅਸੀਂ ਜਦੋਂ ਪਿੰਡ ਦੇ ਵਿੱਚ ਹੁੰਦੇ ਨਾ, ਪਿੰਡਾਂ 'ਚ ਜਿਹੜੀ ਧੜੇਬੰਦੀ ਆ, ਠੀਕ ਹੈ ਜੀ, ਉਹਦਾ ਕ੍ਰੈਡਿਟ ਲੈਣ ਲੱਗ ਜਾਂਦੇ ਆ ਰਾਜਨੀਤਿਕ ਲੋਕ, ਕਿਉਂਕਿ ਪਿੰਡਾਂ ਦੇ ਵਿੱਚ ਸਰਪੰਚੀ ਤੋਂ ਲੈ ਕੇ ਸ਼ੁਰੂਆਤ ਹੋ ਜਾਂਦਾ, ਮੈਂਬਰਾਂ ਤੋਂ ਲੈ ਕੇ ਜੀ ਹੈ ਨਾ, ਉਹ ਚੀਜ਼ ਕਿ ਉਹ ਇੱਕ ਕੋਈ ਚੰਗਾ ਕਾਰਜ ਕਰਨ ਵਾਸਤੇ ਨਾ ਕਈ ਵਾਰ ਰੁਕ ਜਾਈਦਾ ਯਾਰ, ਤੇ ਉਹ ਫਿਰ ਕਿਉਂਕਿ ਸਾਨੂੰ ਵੀ ਰੋਕਤਾ ਵੀ ਭਾਈ ਨਹੀਂ, ਜੇ ਤੂੰ ਆਹ ਕਰੇਗਾ ਤੇ ਉਹ ਬੰਦਾ ਆਊਗਾ, ਉਹ ਆਊਗਾ ਤੇ ਆ ਆਊਗਾ ਹੈ ਨਾ। ਮੈਨੂੰ ਯਾਦ ਆ ਕਿ ਮੈਨੂੰ ਜਿਹੜੇ ਅਸੀਂ ਬੈਠੇ ਸੀ, ਸਾਡੇ 5-4 ਬੰਦੇ ਵੀ ਤੁਸੀਂ ਮੂਹਰੇ ਲੱਗੋ ਹੈ ਨਾ, ਸੋ ਪੈਸੇ ਦੇਣ ਲਈ ਬੰਦੇ ਬਹੁਤ ਤਿਆਰ ਸੀ ਇਹ ਕੰਮ ਕਰਨ ਲਈ ਹੈ ਨਾ, ਪਰ ਸਿਰਫ ਮੂਹਰੇ ਲੱਗ ਕੇ, ਔਰ ਜਿਹੜਾ ਪਿੰਡਾਂ ਦੇ ਵਿੱਚੋਂ ਤੁਹਾਨੂੰ ਕਹਿਣ ਲੱਗ ਜਾਣਾ ਨਹੀਂ ਭਾਈ ਤੁਸੀਂ ਨਾ ਕਰਿਓ, ਫਿਰ ਐਂ ਹੋ ਜੂ ਜਿਉਂ ਹੋ ਜੂ, ਉਹ ਬਹੁਤ ਚੀਜ਼ਾਂ ਜਿਹੜੇ ਮੇਰੇ ਵਰਗੇ ਜਾਂ ਸਾਡੇ ਪਿੰਡ ਵਰਗੇ ਅਸੀਂ ਸੋਚੀਆਂ ਸੀਗੀਆਂ, ਬਹੁਤਿਆਂ ਨੇ ਸੋਚੀਆਂ ਹੋਈਆਂ ਹਨ, ਪਰ ਉਹ ਕਰ ਨਹੀਂ ਪਾਉਂਦੇਗੇ। ਜੇ ਕਿਤੇ ਚੀਜ਼ ਹੋ ਜੇ ਨਾ, ਜਿਹੜਾ ਕੁਛ ਜਵੰਦਾ ਸਾਹਿਬ ਪਰਮਾਤਮਾ ਨੇ ਆਪਾਂ ਨੂੰ ਦੇਤਾ ਇੱਥੇ, ਆਪਣੇ ਥੋੜ੍ਹੇ ਜਿਹੇ ਡਾਲਰਾਂ ਦੇ ਨਾਲ ਹੈ ਨਾ, ਐਡੀ ਵੱਡੀ ਮਦਦ ਅਸੀਂ ਆਪਣੇ ਪਿੰਡ ਦੀ ਕਰ ਸਕਦੇ ਹਾਂ, ਉਹਨਾਂ ਨੂੰ ਰੁਜ਼ਗਾਰ ਪੈਦਾ ਉਹਨਾਂ ਲਈ ਕਰ ਸਕਦੇ ਹਾਂ, ਕਿ ਸ਼ਾਇਦ ਜਿਹੜੀ ਇਹ ਟੁੱਟੀ ਹੋਈ ਚੱਪਲ ਵਾਲੀ ਗੱਲ ਆ ਨਾ, ਕਮ ਸੇ ਕਮ ਇਹ ਤਾਂ ਉਹਨਾਂ ਸਾਰਿਆਂ ਦੇ ਸੀ ਵਧੀਆ ਚੱਪਲ, ਸੋਹਣੇ ਕੱਪੜੇ, ਤੇ ਇੱਕ ਜਿਹੜਾ ਖਾਣਾ ਪਾਣੀ ਆ, ਉਹਨਾਂ ਨੂੰ ਅਸੀਂ ਇੰਨਾ ਕੁ ਰੁਜ਼ਗਾਰ ਦੇ ਸਕਦੇ ਹਾਂ। ਪ੍ਰਮਾਤਮਾ ਨੇ ਖਾਸ ਕਰਕੇ ਆਪਾਂ ਨੂੰ ਪੰਜਾਬੀਆਂ ਨੂੰ ਜਿਹੜਾ ਇੰਨਾ ਕੁ ਬਲ ਬਖਸ਼ਿਆ ਹੋਇਆ ਜੀ। ਬਿਲਕੁਲ ਠੀਕ ਹੈ ਜੀ ਤੁਸੀਂ। ਬਾਕੀ ਤੁਸੀਂ ਜਿਹੜਾ ਇੱਕ ਐਸਪੈਕਟ ਤੁਸੀਂ ਸ਼ੋਇਆ, ਇੱਕ ਕਿ ਕ੍ਰੈਡਿਟ ਟੇਕਿੰਗ ਵਾਰ ਜਿਹੜੀ ਆ ਉਹ ਸਟਾਰਟ ਹੋ ਜਾਂਦੀ ਹੈ, ਔਰ ਦੂਸਰਾ ਜਿਹੜਾ ਇੱਕ ਹੁੰਦਾ ਧੜੇਬੰਦੀ ਕਰਕੇ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਜਿਹੜਾ ਆਪੋਜੀਸ਼ਨ ਪਾਰਟੀ ਹੈ ਉਹਦੀ ਮਦਦ ਨਾ ਹੋਏ ਜੀ। ਤੁਹਾਨੂੰ ਬਿਲਕੁਲ ਐਗਰੀ ਕਰਦਾ ਜੀ ਤੁਹਾਡੇ ਨਾਲ, ਇਹ ਕੰਪਲਿਕੇਸ਼ਨ ਹਰ ਜਗ੍ਹਾ ਹੁੰਦੀ ਹੈ, ਜਿੱਥੇ ਵੀ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡੀਆਂ ਜ਼ਰੂਰ ਲੱਤਾਂ ਖਿੱਚੀਆਂ ਜਾਂਦੀਆਂ ਹੈ, ਔਰ ਤੁਹਾਨੂੰ ਕਈ ਵਾਰੀ ਇਸ ਕੰਪਲਿਕੇਸ਼ਨ 'ਚ ਪੈ ਕੇ ਫਿਰ ਲੰਘ ਕੇ ਜਾਣਾ ਪੈਂਦਾ, ਪਰ ਮੇਰੇ ਖਿਆਲ 'ਚ ਤੁਹਾਨੂੰ ਉਹ ਕੰਟੀਨਿਊ ਕਰ ਲੈਣਾ ਚਾਹੀਦਾ ਸੀ। ਚਲੋ ਕਾਫੀ ਮੁਸ਼ਕਿਲ ਹੁੰਦਾ ਹੈਗਾ ਇੱਕ ਜਦੋਂ ਇਸ ਤਰ੍ਹਾਂ ਦਾ ਹੁੰਦਾ, ਬਟ ਫਿਰ ਵੀ ਤੁਸੀਂ ਕੋਸ਼ਿਸ਼ ਜਾਰੀ ਰੱਖਿਓ। ਹੁਣੇ ਦੱਸੋ ਤੁਸੀਂ ਕਿਹਾ ਕਿ ਕੋਈ ਚੀਜ਼ ਰੁਜ਼ਗਾਰ ਲੈਣ ਦੇ ਮੌਕੇ ਜਿਹੜੇ ਨੇ ਉਹ ਕ੍ਰੀਏਟ ਕੀਤੇ ਜਾ ਸਕਦੇ ਨੇ ਜੀ। ਅਸਲ ਕੀ ਹੈ, ਸਾਡੀਆਂ ਸਰਕਾਰਾਂ ਉੱਥੇ ਜਿਹੜੀਆਂ ਨੇ, ਸਰਕਾਰਾਂ ਕੀ ਸਾਰਾ ਸਿਸਟਮ ਜਿਹੜਾ ਹੈ ਉਹ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਪੜ੍ਹੇ ਲਿਖੇ ਹੋਵੋ, ਉਹ ਤੁਹਾਨੂੰ ਨਕਾਰ ਬਣਾ ਕੇ, ਤੁਹਾਨੂੰ ਮੁਫਤ ਦੀ ਬਿਜਲੀ ਦੇ ਕੇ, ਮੁਫਤ ਦੇ ਆਟਾ ਦਾਲਾਂ ਦੇ ਕੇ, ਤੁਹਾਨੂੰ ਇੱਕ ਕਿਸਮ ਦਾ
ਹੈਂਡੀਕੈਪ ਬਣਾ ਦਿੱਤਾ ਗਿਆ ਸਾਨੂੰ। ਜੀ। ਠੀਕ ਹੈ ਜੀ। ਹੁਣ ਦੇਖੋ ਪਿੱਛੇ ਜੇ ਇੱਕ ਗੱਲ ਚੱਲੀ ਸੀ ਜੀ ਕਿ ਇੱਕ ਪਾਰਟੀ ਕਹਿੰਦੀ ਹੈ ਸਾਡੇ ਕੋਲ ਅਸੀਂ ਤੁਹਾਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿਆਂਗੇ ਜੀ। ਦੂਜੀ ਕਹਿੰਦੇ ਜੀ ਕਿ ਤੁਹਾਨੂੰ ਅਸੀਂ 4 ਰੁਪਏ ਦਿਆਂਗੇ, ਤੀਜੇ ਕਹਿੰਦੇ ਜੀ ਅਸੀਂ ਤੁਹਾਨੂੰ 3 ਰੁਪਏ ਦਿਆਂਗੇ। ਆਟਾ ਦਾਲ ਸਕੀਮ ਦੀ ਜਿਹੜੀ ਆ ਉਹ ਕੁਆਂਟੀਟੀ ਵਧਾ ਦਿਆਂਗੇ, ਮੁਫਤ ਬਿਜਲੀ ਜਿਹੜੀ ਆ ਉਹ ਕੰਟੀਨਿਊਸ ਕਰਾਂਗੇ। ਤੇ ਇਹ ਜਿਹੜੇ ਫ੍ਰੀ ਪ੍ਰਾਈਸ ਹੈਗੇ ਆ, ਫ੍ਰੀਬੀਜ਼ ਹੈਗੇ ਨੇ, ਇਹ ਇੰਨੇ ਕੁ ਡਿਸਗਾਈਜ਼ਡ ਵੇ ਨਾਲ ਤੁਹਾਨੂੰ ਹੈਂਡੀਕੈਪ ਕਰ ਦਿੰਦੇ ਆ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ ਦੇਖੋ ਇੱਥੇ ਵੈਲਫੇਅਰ ਹੈ, ਆਪਣੇ ਕੈਨੇਡਾ 'ਚ ਦੇਖੋ ਤੇ ਜਵੰਦਾ ਵੈਲਫੇਅਰ ਸਾਹਿਬ ਤੁਸੀਂ ਇਦਾਂ ਹੀ ਰੱਖਿਓ। ਇੱਕ ਆਪਣੇ ਨਾਲ ਕਾਲਰ ਜੁੜੇ ਹੋਏ ਆ, ਜੇ ਇੱਕ ਦੋ ਕਾਲ ਆਪਾਂ ਨੂੰ ਆਈਆਂ ਨਾ ਉਹਨਾਂ ਦੇ ਵਿਚਾਰ ਵੀ ਲਈਏ ਆਪਾਂ। ਸਟੂਡੀਓ ਦੇ ਨੰਬਰ ਹੈਗਾ ਜੀ 905 673 9700। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੇਟਾ ਜੀ। ਜੀ ਆਇਆਂ ਨੂੰ ਮਾਤਾ ਜੀ। ਜੀ ਮੈਂ ਤੁਹਾਡੇ ਵਿਚਾਰ ਆ ਬਹੁਤ ਵਧੀਆ। ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਪਿੰਡ ਵਾਲੇ ਨੇ ਕਿਹਾ ਸੀ ਵੀ ਹਾਂ ਸਿਆਣੇ ਬਜ਼ੁਰਗ ਨੇ ਕਿਹਾ ਸੀ ਵੀ ਪੈਸੇ ਨਹੀਂ ਦੇਣੇ ਚਾਹੀਦੇ ਜੀ, ਉਹਦੇ ਨਾਲ ਮੈਂ ਸਹਿਮਤ ਹੁੰਦੀ ਹਾਂ। ਥੈਂਕ ਯੂ ਮਾਤਾ ਜੀ। ਤੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀਗਾ। ਤੇ ਮੈਂ ਵੀ ਉਹਨਾਂ ਦੀ ਹੈਲਪ ਕੀਤੀ ਵੀ ਚਲੋ ਬੰਦੇ ਜਿਹੜਾ ਕੁੜੀ ਵਿਆਹੀ ਹੋਈ ਸੀ ਉਹ ਅਮਲੀ ਜਿਹਾ ਮੁੰਡਾ ਸੀਗਾ। ਪਹਿਲਾਂ ਤਾਂ ਮੈਂ ਉਹਨੂੰ ਲਿਆ ਕੇ ਦਿੱਤਾ, ਟਰੱਕ ਲੈਤਾ ਦੁੱਧ ਵਾਲੀ, ਉਹ ਕੀ ਕਹਿੰਦੇ ਹੁੰਦੇ ਤੁਹਾਡੇ ਆਪਣੇ ਇੰਡੀਆ ਦੇ ਵਿੱਚ, ਨਿੱਕਾ ਹਾਥੀ, ਛੋਟਾ ਹਾਥੀ ਨਹੀਂ ਉਹ ਜਿਹਦੇ ਵਿੱਚ ਦੁੱਧ ਪਾ ਕੇ ਵੇਚ ਕੇ ਆਉਂਦੇ ਹੁੰਦੇ, ਦੇ ਕੇ ਆਉਂਦੇ ਹੁੰਦੇ ਆਪਣੇ ਡਰਮ। ਨਹੀਂ ਬੇਟਾ ਜਿਹੜੇ ਟਰੱਕ ਚਲਾਉਂਦੇ ਹੁੰਦੇ ਜਿਹੜੇ ਦੁੱਧ ਵਾਲੀ ਜਿਹੜੀ ਟੈਂਕੀ ਚਲਾਉਂਦੇ ਆ। ਅੱਛਾ ਟੈਂਕੀ, ਠੀਕ ਹੈ ਜੀ, ਠੀਕ ਹੈ। ਹਾਂ ਉਹ ਮੈਂ ਲੈ ਕੇ ਦਿੱਤੀ ਤੇ ਉਹ ਨਾਲ ਸਾਡਾ ਇੱਕ ਰਿਸ਼ਤੇਦਾਰ ਸੀ, ਉਹ ਪਿੱਛੋਂ ਗਿਆ ਤੇ ਉਹ ਬੰਦੇ ਨੂੰ ਮੈਂ ਦੇਤਾ ਪੈਸੇ ਉਹ ਲੈ ਕੇ। ਤੇ ਚੱਲ ਮੈਂ ਉਹ ਲੈ ਕੇ ਜੇ ਕੀਤੀ ਕਿ ਉਹਨਾਂ ਨੂੰ ਕਹਿ ਦਿੱਤਾ ਇੱਕ ਬੰਦਾ ਕੰਮ ਕਰੂਗਾ ਤੇ ਤੁਸੀਂ ਮਿਹਰਬਾਨੀ ਕਰਕੇ ਏਦਾਂ ਕਰ ਦਿਓ। ਉਹ ਤਾਂ ਭਾਈ ਜਾ ਕੇ ਉੱਥੇ ਕੁਝ ਖਾ ਕੇ ਤੇ ਉੱਥੇ ਪੈ ਗਿਆ ਸਾਈਡ ਤੇ ਧਰ ਕੇ ਟਰੱਕ ਨੂੰ ਉਹਨੂੰ। ਤੇ ਉਹ ਜਿਹੜਾ ਦੂਜਾ ਮੁੰਡਾ ਗਿਆ ਸੀ ਉਹ ਦੁੱਧ ਪਾ ਕੇ ਵੀ ਆ ਗਿਆ। ਮੈਂ ਕਿਹਾ ਤੂੰ ਐਡੀ ਦੂਰੋਂ ਪਟਿਆਲੇ ਤੋਂ ਆ ਗਿਆ। ਮੈਂ ਕਿਹਾ ਉਹ ਦੂਜਾ ਕਿੱਥੇ ਗਿਆ? ਕਹਿੰਦਾ ਉਹ ਤਾਂ ਕਹਿੰਦਾ ਸਾਈਡ ਤੇ, ਕਹਿੰਦਾ ਬਾਈ ਤਾਂ ਕਹਿੰਦਾ ਸਾਈਡ ਤੇ ਟਰੱਕ ਲਾ ਕੇ ਸੁੱਤਾ ਪਿਆ ਵਾ। ਸੋ ਉਹੀ ਹੈ ਨਾ, ਬਿਲਕੁਲ ਮਾਤਾ ਜੀ। ਕੋਸ਼ਿਸ਼ ਜਦੋਂ ਗਿਆ, ਹਾਂਜੀ ਜਦੋਂ ਮੇਰੀ ਗੱਲ ਸੁਣ, ਜਦੋਂ ਗਿਆ ਨਾ ਤਾਂ ਉਹ ਦੁੱਧ ਖਰਾਬ ਹੋ ਗਿਆ ਤੇ ਉਹਨਾਂ ਨੇ ਇਹਨੂੰ ਕਰਤਾ, ਕਹਿੰਦਾ ਮੈਨੂੰ ਕਹਿੰਦਾ ਮੇਰੀ ਕਿਸਮਤ ਨਹੀਂ ਚੰਗੀ, ਮੈਨੂੰ ਐਂ ਕਰਤਾ। ਮੈਂ ਫਿਰ ਮਰ ਜਾ ਗੁੱਸੇ, ਮੈਂ ਤੂੰ ਤਾਂ ਉੱਥੇ ਸੁੱਤਾ ਪਿਆ ਸੀ। ਕਹਿੰਦਾ ਤੁਹਾਨੂੰ ਕੌਣ ਕਹਿੰਦਾ, ਤੁਸੀਂ ਆਪਦੇ ਕੋਲੋਂ ਗੱਲਾਂ ਬਣਾਈ ਜਾਂਦੇ। ਕਾਕਾ ਮੈਂ ਉਹਦੀ ਇੰਨੀ ਹੈਲਪ ਕੀਤੀ, ਜੇ ਉਹਨਾਂ ਨੇ ਮੈਨੂੰ ਗਲਤੀ, ਮੇਰਾ ਬੇਟਾ ਵੀ ਕਹਿੰਦਾ ਸੀ ਜੇ ਉਹਨਾਂ ਨੇ ਮੇਰੇ ਤੋਂ 50,000 ਮੰਗਣਾ ਮੈਂ ਇੱਥੋਂ ਲੱਖ ਭੇਜਣਾ, ਭਾਵੇਂ ਮੈਂ ਔਖੀ ਹੋ ਕੇ ਭੇਜਦੀ ਸੀ। ਮੇਰੇ ਵੀ ਉਦੋਂ ਨਿੱਕੇ ਨਿੱਕੇ ਬੱਚੇ ਸੀਗੇ। ਫਿਰ ਮੈਂ ਉਹਨਾਂ ਨੂੰ ਇੱਕ ਘਰ ਲੈ ਕੇ ਦਿੱਤਾ ਜੀ। ਇੱਕ ਵੱਡਾ ਸਾਰਾ ਕਮਰਾ ਸੀ, ਉਹਦੇ ਵਿੱਚ ਮੈਂ ਫਿਰ ਦੁਕਾਨ ਪਾ ਦਿੱਤੀ ਜੀ। ਚੀਜ਼ਾਂ ਲੈ ਕੇ ਮੈਂ ਉਹਨੂੰ ਸਾਰੀਆਂ ਦੇ ਦਿੱਤੀਆਂ ਵੀ ਲੈ ਹੁਣ ਤੁਸੀਂ ਦੁਕਾਨ ਤੇ ਨਾ ਚੀਜ਼ਾਂ ਵੇਚਿਆ ਕਰੋ ਤੇ ਇਹਦਾ ਤੁਸੀਂ ਜਿਹੜਾ ਮੁਨਾਫਾ ਉਹਦੇ ਨਾਲ ਘਰ ਚਲਾਓ। ਉਹ ਭਾਈ ਥੋੜਾ ਚਿਰ ਬਸ 4 ਮਹੀਨੇ ਪਿੱਛੋਂ ਮੈਨੂੰ ਫੇਰ ਫੋਨ ਆ ਗਿਆ ਜੀ, ਕਹਿੰਦੇ ਵੀ ਲਓ ਜੀ ਉਹ ਜਿਹੜਾ ਸਮਾਨ ਸੀ ਉਹ ਤਾਂ ਮੁੱਕ ਗਿਆ ਤੇ ਹੁਣ ਤੁਸੀਂ ਥੋੜੇ ਜਿਹੇ ਪੈਸੇ ਹੋਰ ਭੇਜ ਦਿਓ। ਉਦੋਂ ਦੁੱਖ ਲੱਗਦਾ ਮਾਤਾ। ਮੈਂ ਆਖਿਆ ਵੀ ਚਲੋ ਕੋਈ ਨਾ, ਮੈਂ ਕਿ ਜਿਹੜੇ ਤੁਹਾਨੂੰ ਪੈਸੇ ਦਿੱਤੇ ਸੀ ਦੁਕਾਨ ਪਾ ਕੇ ਤੇ ਮੈਂ ਤੁਹਾਨੂੰ ਆਪਦੇ ਥੋੜੇ ਗੁਜ਼ਾਰੇ ਵਾਸਤੇ ਦਿੱਤੇ, ਤੁਸੀਂ ਇਹ ਚੀਜ਼ਾਂ ਮੁਨਾਫਾ ਕੱਢ ਕੇ ਨਾਲੇ ਆਪਦੇ ਘਰ ਦਾ ਖਰਚਾ ਕੱਢੋ ਤੇ ਨਾਲੇ ਤੁਸੀਂ ਇਹਦੀਆਂ ਚੀਜ਼ਾਂ ਹੋਰ ਲਿਆ ਕੇ ਫਿਰ ਉਹ ਸਮਾਨ ਪਾਵੋ। ਜੀ 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 ਜੀ। ਤੇ ਮੈਂ ਕਿਹਾ ਮੈਂ ਐਲਟੀ ਪਾ ਦਿੰਨੀ ਆ ਤੁਹਾਨੂੰ ਪੈਸੇ ਗਾਂ ਵਾਸਤੇ, ਤੁਸੀਂ ਇਹਦਾ ਸੰਕੋਚ ਕਰਨਾ। ਭਾਈ ਨਾ ਤਾਂ ਉਹ ਮੇਰਾ ਉਹਨਾਂ ਨੇ ਘਰ ਦੱਬ ਲਿਆ ਤੇ ਨਾ ਮੈਨੂੰ ਉਹਨਾਂ ਨੇ ਮੁੜ ਕੇ ਫੋਨ ਕੀਤਾ। ਮੇਰੇ ਨਾਲ ਬੋਲਣਾ ਹੀ ਚੱਲਣੀ ਉਹ ਬੰਦ ਹੋ ਗਈ ਬਸ। ਥੈਂਕ ਯੂ ਮਾਤਾ ਜੀ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਸ਼ੁਕਰੀਆ ਤੁਹਾਡਾ, ਸ਼ੁਕਰੀਆ। ਥੈਂਕ ਯੂ ਜਵੰਦਾ ਸਾਹਿਬ। ਸੋ ਸੱਚੀ ਮਦਦ ਕਰਨ ਵਾਲੇ ਲੋਕ ਬਹੁਤ ਬੈਠੇ ਆ ਜੀ, ਹੈ ਨਾ, ਪਰ ਉਹਦਾ ਜਿਹੜਾ ਨਾ ਮਿਸਯੂਜ਼ ਹੋ ਜਾਣਾ ਔਰ ਉਹਨੂੰ ਕਈ ਵਾਰ ਜਦੋਂ ਉਲਟੇ ਪਾਸੇ ਨੂੰ ਹੋ ਜਾਣਾ ਨਾ। ਦੇਖੋ ਜਦੋਂ ਅੱਜ ਤੁਹਾਡੀ ਕਹਾਣੀ ਮੈਂ ਪੜ੍ਹੀ ਜੀ, ਹੈ ਨਾ, ਅੱਜ ਗੱਲ ਕੀਤੀ, ਲਾਈਕ ਯਕੀਨ ਕਰਿਓ ਜਵੰਦਾ ਸਾਹਿਬ, ਮੈਨੂੰ ਅਪਰੋਚ ਕੀਤੀ ਸਾਡੇ ਜਿਹੜੇ ਮੇਰੇ ਤੋਂ ਬਹੁਤ ਪੁਰਾਣੇ ਆਏ ਹੋਏ ਆ USA ਤੋਂ, ਸੰਦੀਪ ਸਿੰਘ ਮੂਹਰੇ ਲੱਗ, ਹੈ ਨਾ। ਬਸ ਇਹੀ ਸੀਗਾ ਜਵੰਦਾ ਸਾਹਿਬ। ਇੱਕ ਵਾਰੀ ਮੈਂ ਰੇਡੀਓ ਸ਼ੋਅ ਤੇ ਕਿਸੇ ਦੀਆਂ ਨਾ ਮੱਝਾਂ ਮਰ ਗਈਆਂ ਸੀ ਕਿਸੇ ਕਾਰਨ ਕਰਕੇ, ਤੇ ਉੱਥੇ ਰੁਪਈਏ ਕੁਛ ਘੱਟਦੇ ਸੀ ਤੇ ਮੈਂ ਬਹੁਤ ਘੱਟ ਫੰਡ ਰੇਜ਼ ਰੇਡੀਓ ਤੇ ਕੀਤੇ ਆ ਜੀ, ਡਰ ਲੱਗਦਾ ਤੇ ਉਹ ਕੀਤੇ ਜੀ। ਤੇ ਜਦੋਂ ਮਤਲਬ ਨਾ ਮੈਨੂੰ ਲੱਗਦਾ ਵੀ 5-4 ਮਿੰਟ ਜਿੰਨੇ ਕੁ ਚਾਹੀਦੇ ਸੀ ਉਨੇ ਕੁ ਪੂਰੇ ਹੋ ਗਏ ਸੀਗੇ, ਥੋੜ੍ਹੇ ਚਾਹੀਦੇ ਸੀਗੇ, ਹੈ ਨਾ। 50,000 ਰੁਪਈਆ ਘੱਟਦਾ ਸੀਗਾ, ਟੋਟਲ 2.5-3 ਲੱਖ ਦਾ ਉਹਨਾਂ ਦਾ ਨੁਕਸਾਨ ਸੀਗਾ। ਉਹ ਇਕੱਠੇ ਹੋ ਗਏ ਜੀ, ਅਸੀਂ ਭੇਜੇ। ਤੇ ਜਦੋਂ ਆਪਣੇ ਜਸਵਿੰਦਰ ਬਿੱਟਾ ਸਾਹਿਬ ਦੀ ਡਿਊਟੀ ਲਾਈ ਜੀ ਕਿ ਤੁਸੀਂ ਜਾ ਕੇ ਉਸ ਪਿੰਡ ਦੇ ਕੇ ਆਓ, ਜਦੋਂ ਉਹ ਪੈਸੇ ਅਪੜਾਉਣ ਗਏ ਨਾ ਉੱਥੇ, ਤੇ ਉਹ ਪਰਿਵਾਰ ਕਹਿੰਦਾ ਵੀ ਹੱਥ ਜੋੜ ਕੇ ਕਹਿੰਦਾ ਭਾਈ
ਜਿੰਨੇ ਕੁ ਸਾਡਾ ਨੁਕਸਾਨ ਹੋਇਆ ਸੀ ਸਾਨੂੰ ਲੋਕਾਂ ਨੇ ਮਦਦ ਕਰਤੀ, ਉਹਨਾਂ ਨੇ ਜੀ ਲਈ ਨਹੀਂ। ਉਸ ਤੋਂ ਬਾਅਦ ਜਵੰਦਾ ਸਾਹਿਬ ਮੈਨੂੰ ਇਹ ਸੀ ਕਿ ਜਿਹੜੇ ਉਹ ਲੋਕਾਂ ਨੇ ਆਪਣੀ ਭਾਵਨਾ ਨਾਲ ਮਤਲਬ ਦਿੱਤੀ ਆ ਕਿ ਅਸੀਂ ਮਦਦ ਕਰਨ ਲਈ, ਵੀ ਕਿਤੇ ਉਹ ਗਲਤ ਨਾ ਵਰਤੋਂ ਹੋ ਜਾਣ, ਹੈ ਨਾ। ਮੈਂ ਬਿੱਟਾ ਸਾਹਿਬ ਨੂੰ ਕਿਹਾ, ਬਿੱਟਾ ਸਾਹਿਬ ਤੁਸੀਂ ਪਲੀਜ਼ ਜ਼ਿੰਮੇਵਾਰੀ ਨਾਲ ਜਿੱਥੇ ਤੁਹਾਨੂੰ ਲੱਗਦਾ ਉੱਥੇ ਵਰਤ ਕੇ ਪਲੀਜ਼ ਮੈਨੂੰ ਦੱਸ ਦਿਓ ਕਿ ਮੈਂ ਦੱਸ ਸਕਾਂ। 50,000 ਰੁਪਈਆ ਹੀ ਸੀਗਾ, ਹੈ ਨਾ। ਸੋ ਉਹ ਚੀਜ਼ ਜਵੰਦਾ ਸਾਹਿਬ ਕਈ ਵਾਰ ਨਾ ਕਿਸੇ ਨੇ ਦਾਨ $1 ਵੀ ਨਹੀਂ ਕਰਨਾ ਹੁੰਦਾ, ਪਰ ਇਲਜ਼ਾਮ ਲਾਉਣ 'ਚ ਸਭ ਤੋਂ ਮੂਹਰੇ ਹੁੰਦਾ, ਉੱਥੋਂ ਕਈ ਵਾਰ ਡਰ ਜਾਈਦਾ ਹੈ। ਔਰ ਮੇਰੇ ਵਰਗੇ ਹੋਰ ਤੁਹਾਡੇ ਵਰਗੇ ਬਹੁਤ ਲੋਕ ਡਰ ਵੀ ਜਾਂਦੇ ਆ ਜੀ, ਹੈ ਨਾ। ਨਹੀਂ, ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਕਿ ਥੋੜਾ ਜਿਹਾ ਇੱਕ ਤੇ ਜਦੋਂ ਤੁਹਾਡਾ ਕ੍ਰਿਟਿਸਿਜ਼ਮ ਹੁੰਦਾ ਹੈ ਜੀ, ਕਈ ਤੁਸੀਂ ਚੀਜ਼ਾਂ ਸੋਚਦੇ ਹੋ ਕਿ ਕਿਸ ਤਰ੍ਹਾਂ ਇਹਨੂੰ ਪੇਸ਼ ਕਰਨਾ ਹੈ ਜਾਂ ਕਿਸ ਤਰ੍ਹਾਂ ਇਹਨੂੰ ਟੈਕਲ ਕਰਨਾ ਹੈ, ਕਿੰਨੂੰ ਜਸਟੀਫਿਕੇਸ਼ਨ ਦੇਣੀ ਹੈਗੀ ਹੈ, ਇਹ ਵੀ ਤੁਸੀਂ ਦੇਖਦੇ ਹੋ। ਇਹ ਤੋਂ ਟਾਈਮ ਨਹੀਂ ਹੁੰਦਾ, ਫਿਰ ਤੁਸੀਂ ਕਹਿੰਦੇ ਛੱਡੋ ਪਰਾਂ, ਕਿਉਂ ਇਸ ਝੰਜਟ 'ਚ ਪੈਣਾ ਹੈ ਜੀ। ਪਰ ਇਹ ਹੈ ਕਿ ਇਨੀਸ਼ੀਏਟਿਵ ਜ਼ਰੂਰ ਲੈਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਭੇਜੇ ਉੱਥੇ, ਉਹਨੇ ਐਕਸੈਪਟ ਨਹੀਂ ਕੀਤੇ। ਇਸੇ ਤਰ੍ਹਾਂ ਮੈਨੂੰ ਯਾਦ ਹੈ ਇੱਕ ਸਾਡੇ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਗ੍ਹਾ ਹੈ, ਜਨਮ ਸਥਾਨ ਹੈ ਸ਼ਾਇਦ ਛੇਹਰਟਾ ਜੀ, ਅੰਮ੍ਰਿਤਸਰ ਤੋਂ 6-7 ਕਿਲੋਮੀਟਰ ਬਾਰਡਰ ਨੂੰ ਜਾਂਦੇ ਆ। ਉੱਥੇ ਇੱਕ ਕਪਲ ਸੀ, ਓਲਡ ਕਪਲ ਸੀ ਜੀ। ਉਹਨਾਂ ਦੀ ਖਬਰ ਆਈ ਕਿ ਉਹਨਾਂ ਕੋਲ ਰਾਸ਼ਨ ਪਾਣੀ ਜਿਹੜੇ ਉਹ ਬਾਬਾ ਜੀ ਰਿਕਸ਼ਾ ਚਲਾਉਂਦੇ ਹੁੰਦੇ ਸੀ, ਕੋਈ 70-75 ਸਾਲ ਦੀ ਉਮਰ 'ਚ, ਤੇ ਨਾਲ ਮੈਸੇਜ ਵੀ ਸੀ ਉਹਨਾਂ ਦੀ ਵਾਈਫ, ਉਹ ਵੀ ਬਿਮਾਰ ਰਹਿੰਦੀ ਸੀ। ਤੇ ਉਹਨਾਂ ਦੀ ਇੰਟਰਵਿਊ ਛਪੀ ਕਿ ਇੰਨੀ ਮਤਲਬ ਓਲਡ ਏਜ 'ਚ ਜਾ ਕੇ ਉਹਨਾਂ ਨੂੰ ਆਟੋ ਚਲਾਉਣਾ ਪੈਂਦਾ, ਰਿਕਸ਼ਾ ਚਲਾਉਣਾ ਪੈਂਦਾ ਜੀ, ਆਟੋ ਜਿਹੜਾ ਪੈਰ ਨਾਲ ਚੱਲਦਾ, ਜ਼ੋਰ ਲੱਗਦਾ। ਉਹਨਾਂ ਕੋਲ ਕੁਝ ਸੱਜਣ ਗਏ ਇਮਦਾਦ ਲੈ ਕੇ ਕਿ ਬਾਬਾ ਜੀ ਤੁਸੀਂ ਰਿਕਸ਼ਾ ਚਲਾਉਣਾ ਛੱਡ ਦਿਓ, ਆ ਤੁਸੀਂ ਰੱਖੋ ਆਪਣਾ ਰਾਸ਼ਨ ਪਾਣੀ ਤੇ ਆਹ ਪੈਸੇ ਰੋਜ਼ ਘਰ ਰਿਹਾ ਕਰੋ। ਤੇ ਕਹਿੰਦੇ ਪੁੱਤ ਜੇ ਮੈਂ ਘਰ ਰਿਹਾ, ਘਰ ਤੇ ਮੈਂ ਵੈਸੇ ਹੀ ਮਰ ਜਾਣਾ ਹੈਗਾ। ਘਰ ਕੁਝ ਲੋਕਾਂ ਨੂੰ ਘਰ ਮਿਹਨਤ ਕਰਨ ਦੀ ਇੰਨੀ ਆਦਤ ਪੈ ਜਾਂਦੀ ਹੈ ਕਿ ਉਹ ਇਹੋ ਜਿਹੇ ਜਿਹੜੇ ਡੋਨੇਸ਼ਨਸ ਹੈਗੇ ਨੇ, ਅਗਰ ਉਹਨਾਂ ਦਾ ਵੱਸ ਚੱਲਦਾ ਜਦੋਂ ਤੱਕ ਨਹੀਂ ਲੈਂਦੇ ਹੈਗੇ, ਠੀਕ ਹੈ ਜੀ। ਔਰ ਫਿਰ ਚੱਲ ਸ਼ਾਇਦ 6-7 ਮਹੀਨੇ ਬਾਅਦ ਉਹ ਕਪਲ ਦੋਨੋਂ ਹੀ ਇਕੱਠੇ ਡੈਥ ਹੋਈ। ਔਰ ਮੈਂ ਸੋਚਿਆ ਸੀ, ਮੈਂ ਕਿਹਾ ਸ਼ਾਇਦ ਪਰਮਾਤਮਾ ਨੇ ਵੀ ਸਾਰਾ ਉਹਨਾਂ ਦਾ ਪ੍ਰੋਫਾਈਲ ਪੜ੍ਹ ਲਿਆ ਹੋਣਾ ਕਿ ਜੇ ਇੱਕ ਚਲਾ ਗਿਆ ਤੇ ਦੂਜਾ ਜਿਹੜਾ ਉੱਡ ਜਾਏਗਾ ਜਦੋਂ ਗਿਆ, ਇਕੱਠੇ ਦਿਨਾਂ ਦੀ ਫਰਕ ਸੀ, ਮਤਲਬ ਉਹ ਚਲੇ ਗਏ। ਸੋ ਦੇਖੋ ਜਿੰਨੇ ਆਇਆ ਉਹਨੇ ਜਾਣਾ ਤੇ ਹੈ ਇੱਥੋਂ, ਬਿਲਕੁਲ, ਲੇਕਿਨ ਇੰਨੇ ਡੀਸੈਂਟ ਤਰੀਕੇ ਨਾਲ ਪਰਮਾਤਮਾ ਉਹਨਾਂ ਰੂਹਾਂ ਨੂੰ ਹੀ ਭੇਜਦਾ ਹੈ ਲੈ ਕੇ ਆਪਣੇ ਕੋਲ ਬੁਲਾਉਂਦਾ, ਜਿਨ੍ਹਾਂ ਨੇ ਨੇਕੀ ਕਿਰਤ ਕਮਾਈ ਕੀਤੀ ਹੁੰਦੀ ਹੈ, ਨੇਕੀ ਦੀ ਕਿਰਤ ਕਮਾਈ ਕੀਤੀ ਹੁੰਦੀ ਹੈ। ਪਰ ਮੈਨੂੰ ਸਟਿਲ ਯਾਦ ਹੈ ਕਿ ਉਹ ਜਦੋਂ ਉਹਨਾਂ ਨੇ ਉਹ ਡੋਨੇਸ਼ਨ ਜਿਹੜੀ ਹੈ ਮੋੜੀ ਸੀ ਨਾ, ਤੇ ਹੱਥ ਜੁੜੇ ਹੋਏ ਸੀ ਤੇ ਚਿਹਰੇ ਤੇ ਸੈਟੀਸਫੈਕਸ਼ਨ ਸੀ ਔਰ ਤਸੱਲੀ ਸੀ, ਇੱਕ ਕਿਸਮ ਦੀ ਸਬਰ ਸੰਤੋਖ ਸੀ ਜੀ। ਜਿਹੜਾ ਸੰਤੋਖ ਜਿਹੜਾ ਉਹ ਤੁਸੀਂ ਕਰੋੜਾਂ ਰੁਪਈਆ ਖਰਚ ਕੇ ਵੀ ਤੁਹਾਡੇ ਨਹੀਂ ਆਉਂਦਾ ਹੈ, ਹਮੇਸ਼ਾ ਜਿਹੜੀ ਉਹ ਵੱਧਦੀ ਜਾਂਦੀ ਹੈ, ਆਕਾਂਖਿਆ ਜਿਹੜੀ ਹੈ, ਜਿਹੜੀ ਤੁਹਾਡੀ ਡਿਜ਼ਾਇਰ ਹੈ ਉਹ ਵੱਧਦੀ ਜਾਂਦੀ ਹੈ। ਸੋ ਇਹ ਬੜੀ ਵੱਡੀ ਚੀਜ਼ ਹੈ ਜੀ, ਸਬਰ ਸੰਤੋਖ। ਤੇ ਤੁਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਫ੍ਰੀ ਫੀਸ ਨਾਲੋਂ ਅਗਰ ਤੁਸੀਂ ਕਿਸੇ ਦੇ ਬੱਚਾ ਪੜ੍ਹਾ ਦਿਓ, ਕਿਸੇ ਦੇ ਬੱਚੇ ਨੂੰ ਰੁਜ਼ਗਾਰ ਦਵਾ ਦਿਓ, ਉਹ ਮੱਚ ਬੈਟਰ ਹੈਗਾ। ਪਰ ਉਹਦੇ 'ਚ ਪ੍ਰੋਬਲਮ ਇਹ ਹੈ ਕਈ ਵਾਰੀ ਕਿ ਇਸ ਚੀਜ਼ ਨੂੰ ਟੇਕਨ ਐਜ਼ ਗ੍ਰਾਂਟਡ ਲੈ ਲਿਆ ਜਾਂਦਾ ਹੈ ਕਿ ਇਹ ਬੰਦੇ ਨੇ ਜੇ ਮਦਦ ਕੀਤੀ ਹੈ ਨਾ ਤੇ ਪਤਾ ਨਹੀਂ ਕਿੰਨਾ ਪੈਸਾ ਇਹਦੇ ਕੋਲ, ਹੋਰ ਗ੍ਰੈਬ ਕਰੋ, ਹੋਰ ਝਾੜੋ, ਮਤਲਬ ਇਹ ਜਿੰਨੀ ਇਹਨੂੰ ਬੇਰੀ ਨੂੰ ਹਿਲਾਵਾਂਗੇ ਉਹਨੇ ਬੇਰ ਥੱਲੇ ਡਿੱਗਣਗੇ, ਠੀਕ ਹੈ ਜੀ। ਇਹੀ ਪ੍ਰੋਬਲਮ ਜਵੰਦਾ ਸਾਹਿਬ, ਇਹੀ ਜਿਹੜੀ ਪ੍ਰੋਬਲਮ ਆ ਨਾ, ਇਸ ਕਰਕੇ ਬਹੁਤ ਜਿਹੜੇ ਲੋਕ ਆ, ਸੱਚੀ ਮੈਂ ਜਿੰਨੇ ਕੁ ਸਰਕਲ 'ਚ ਕਿਸੇ ਨਾਲ ਵੀ ਗੱਲ ਕਰ ਲਈਏ ਜਵੰਦਾ ਸਾਹਿਬ ਕਦੇ ਵੀ ਜਵਾਬ ਨਹੀਂ ਦਿੰਦਾ ਕੋਈ। ਔਰ ਇੱਕ ਹੋਰ ਚੀਜ਼ ਸਭ ਤੋਂ ਵੱਡੀ ਗੱਲ ਆ ਨਾ, ਅੱਗੇ ਵੱਧ ਕੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਜਾਂਦਾ ਨਾ ਜੀ, ਕਈ ਵਾਰ ਮੱਥਾ ਟੇਕਣ, ਉਹਦੇ ਹੱਥ 'ਚ 10 ਦਾ ਨੋਟ ਜਾਂ 50 ਦਾ ਨੋਟ ਜਾਂ 5 ਦਾ ਨੋਟ ਫੜਿਆ ਹੋਵੇ, ਜਾਂ ਦੁੱਧ ਦੇ ਬੈਗ ਫੜੇ ਹੋਣ, ਆਟੇ ਦਾ ਬੈਗ ਫੜਿਆ ਹੋਵੇ ਹੱਥ ਦੇ ਵਿੱਚ, ਤੇ ਉਹ ਨਾ ਮਤਲਬ ਜਿਵੇਂ ਭੂਆ ਪਿੰਡ ਮਾਮਾ ਬਿਸਕੁਟਾਂ ਵਾਲਾ ਸੰਧਾਰਾ ਲੈ ਕੇ ਜਾਂਦਾ ਨਾ, ਬਿਸਕੁਟਾਂ ਵਾਲਾ ਪੀਪਾ ਚੱਕਿਆ ਹੁੰਦਾ ਸੀ, ਉਹ ਸਾਰੀ ਗਲੀ ਦੇ ਵਿੱਚ ਇੱਧਰ ਉੱਧਰ ਕਰਦਾ ਜਾਂਦਾ ਸੀ। ਸੋ ਸੱਚੀ ਇੱਦਾਂ ਜਾਂਦੇ ਆ। ਤੇ ਜਦੋਂ ਕਿਸੇ ਹੱਥ ਦੇ ਵਿੱਚ 25 ਸੈਂਟ ਜਾਂ 1 ਰੁਪਈਏ ਦਾ ਫੜਿਆ ਹੋਵੇ ਤੇ ਉਹ ਥੋੜਾ ਜਿਹਾ ਨਾ ਆਪਣੇ ਆਪ ਨੂੰ ਮਤਲਬ ਜਿਵੇਂ ਨਾ ਕੋਈ ਗਲਤੀ ਹੋ ਗਈ, ਉਹਨੇ ਇੱਦਾਂ ਮਹਿਸੂਸ ਕਰਦਾ ਹੈ। ਤੇ ਲੋਕ ਤੱਕ ਰਹੇ ਹੁੰਦੇ, ਉਹਦੇ ਵੱਲ ਝਾਕ ਰਹੇ ਹੁੰਦੇ ਆ, ਕਿੰਨਾ ਮੱਥਾ ਟੇਕਿਆ, ਕਿੰਨਾ ਫਲਾਨਾ ਕੀਤਾ, ਹੈ ਨਾ। ਸੋ ਜਿਹੜਾ ਦਾਨ ਆ ਨਾ ਜਵੰਦਾ ਸਾਹਿਬ, ਜਿਵੇਂ ਕਿਣਕੇ ਨਾਲ ਸਮੁੰਦਰ ਭਰਦਾ ਹੈ ਨਾ, ਸੋ
ਓਨਾ ਹੀ ਹੋਣਾ ਚਾਹੀਦਾ ਜਿੰਨੀ ਕੁ ਜ਼ਰੂਰਤ ਆ, ਤੁਹਾਡੀ ਸਮਰੱਥਾ ਹੈ ਔਰ ਤੁਸੀਂ ਖੁਸ਼ੀ ਨਾਲ ਦੇ ਸਕੋ। ਜਦੋਂ ਕਈ ਵਾਰ ਪ੍ਰੈਸ਼ਰ ਪੈ ਕੇ ਡੋਨੇਸ਼ਨ ਲਈ ਜਾਂਦੀ ਆ, ਹੈ ਨਾ, ਸੋ ਉਹ ਜਿਹੜੀਆਂ ਚੀਜ਼ਾਂ, ਇਹ ਚੀਜ਼ਾਂ ਵੀ ਸਾਡੇ ਅੰਦਰ ਨਾ ਸਾਨੂੰ ਮਤਲਬ ਕੁਝ ਨਾ ਕਰਨ ਦਿੰਦੀਆਂ ਜੀ। ਕਈ ਵਾਰ ਕੁਝ ਕਰਨਾ ਚਾਹੁੰਦਾ ਬੰਦਾ, ਕਹਿੰਦਾ ਯਾਰ ਜੇ ਮੈਂ ਇੰਨਾ ਕੁ ਕੀਤਾ ਕੀ ਕਹਿਣਗੇ, ਹੈ ਨਾ, ਮੈਂ ਆਹ ਕੀਤਾ ਲੋਕ ਕੀ ਕਹਿਣਗੇ। ਮਤਲਬ ਕੀ ਕਹਿਣ ਦੇ ਕਰਕੇ ਜਿਹੜਾ ਮਤਲਬ ਦੇਖੋ ਪਿੰਡਾਂ ਦੇ ਵਿੱਚ ਹੋਕਾ ਦਿੱਤਾ ਜਾਂਦਾ ਸੀ ਨਾ, ਫਲਾਣੇ ਦੇ ਘਰ ਪ੍ਰੋਗਰਾਮ ਆ ਜੀ, ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ, ਗੁਰੂ ਘਰ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ, ਥੋੜੇ ਤੋਂ ਥੋੜੀ ਬਹੁਤੀ ਤੋਂ ਬਹੁਤੀ, ਉਹ ਚੀਜ਼ਾਂ ਕਿਤੇ ਨਾ ਕਿਤੇ ਗਾਇਬ ਹੁੰਦੀਆਂ ਜਾ ਰਹੀਆਂ, ਹੈ ਨਾ। ਜਿਵੇਂ ਹੁੰਦੇ ਨਾ ਗੁਪਤ ਦਾਨ, ਫਲਾਣਾ ਸਿੰਘ ਜੀ $5000 ਗੁਪਤ ਦਾਨ, ਨਾਲੇ ਨਾਮ ਲੈਣਾ, ਨਾਲੇ ਗੁਪਤ ਦਾਨ, ਨਾਲੇ ਉਹਦਾ ਉੱਤੇ ਲਿਖਾ ਦੇਣਾ ਵੱਡਾ, ਹੈ ਨਾ। ਸੋ ਜਿਹੜਾ ਗੁਪਤ ਦਾਨ ਸੀ ਨਾ, ਮਤਲਬ ਸੱਚੀ ਉਹ ਇੱਕ ਜ਼ਿਆਦਾ ਵਧੀਆ ਹੈ ਜੇ ਉਹ ਕਿਸੇ ਤਰੀਕੇ ਨਾਲ ਹੋ ਜੇ। ਪਰ ਨਹੀਂ, ਉਹ ਅੱਜ ਕੱਲ੍ਹ ਜਿਹੜਾ ਕ੍ਰੈਡਿਟ ਲੈਣ ਵਾਲਾ ਚੱਕਰ ਪੈ ਗਿਆ ਨਾ, ਅੱਜ ਕੱਲ੍ਹ ਮੈਨੂੰ ਚੱਲਦਾ ਤਾਂ ਪਹਿਲਾਂ ਹੀ ਸੀ, ਪਹਿਲਾਂ ਇਹਦੀ ਮਾਤਰਾ ਘੱਟ ਸੀ ਜਵੰਦਾ ਸਾਹਿਬ, ਹੁਣ ਵੱਧ ਗਈ ਤੇ ਸਮਾਂ ਵੀ ਹੋਰ ਇਜਾਜ਼ਤ ਦਿੰਦਾ। ਮੈਨੂੰ ਲੱਗਦਾ ਜੀ ਅੱਜ ਬੜੀ ਸੋਹਣੀ ਤੁਹਾਡੀ ਕਹਾਣੀ ਸੀ। ਮੈਨੂੰ ਇਹੀ ਲੱਗਾ ਕਿ ਜੋ ਅਸੀਂ ਪਹਿਲਾਂ ਛੱਡਿਆ, ਮੈਂ ਫਿਰ ਦੁਬਾਰਾ ਕੋਸ਼ਿਸ਼ ਕਰੂੰਗਾ ਜੀ ਅੱਜ ਦੀ ਤੁਹਾਡੀ ਕਹਾਣੀ ਸੁਣ ਕੇ। ਪਹਿਲਾਂ ਜਿਹੜੀ ਮੈਂ ਪੜ੍ਹ ਲਈ ਸੀ ਇੱਕ ਦਿਨ ਪਹਿਲਾਂ, ਤੇ ਉਹ ਤੋਂ ਫਿਰ ਆਪਾਂ ਕੁਛ ਇੱਦਾਂ ਦਾ ਹੱਲਾ ਬੋਲੀਏ, ਮਤਲਬ ਇੱਦਾਂ ਦਾ ਕੁਛ ਕੰਮ ਕਰੀਏ ਜਿਹੜਾ ਕਿ ਜਿਹੜੇ ਅਸੀਂ ਜਿੱਥੋਂ ਅਸੀਂ ਸਾਡੀਆਂ ਜਿਹੜੇ ਪਿੰਡ ਸਾਡੀਆਂ ਜੜ੍ਹਾਂ ਸੀ, ਸਾਡੇ ਆ ਪੁਰਖਿਆਂ ਦੀਆਂ, ਜੇ ਕੁਛ ਕਰ ਸਕਦੇ ਹੋਈਏ ਤੇ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਜੀ, ਕੋਸ਼ਿਸ਼ ਕਰੂੰਗਾ ਜਵੰਦਾ ਸਾਹਿਬ, ਸੱਚੀ ਕੋਸ਼ਿਸ਼ ਕਰੂੰਗਾ। ਐਵੇਂ ਕਹਿ ਦਈਏ ਜੀ ਕਰਾਂਗੇ, ਕਈ ਵਾਰ ਪਤਾ ਨਹੀਂ ਕਿਹੜੇ ਕਿਹੜੇ ਰੁਝੇਵਿਆਂ 'ਚ ਉਲਝੀ ਜਾਂਦੇ ਆ ਜੀ ਐਵੇਂ। ਤੇ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਫਿਰ ਆਪਾਂ ਬ੍ਰੇਕ ਲਵਾਂਗੇ, ਫਿਰ ਵਿਨੀਪੈਗ ਸ਼ਹਿਰ ਦੀ ਗੱਲ ਕਰਾਂਗੇ ਜੀ। ਮੈਂ ਜਿਹੜਾ ਵਾਰਤਕ ਤੁਹਾਡੇ ਨਾਲ ਸਾਂਝਾ ਕੀਤਾ ਉਹ ਟੁੱਟੀ ਜੁੱਤੀ ਵਾਲੀ ਮਾਈ ਦਾ ਜੀ, ਉਹ 'ਚ ਇੱਕ ਪੱਖ ਆਪਾਂ ਛੱਡ ਗਏ ਆ। ਇਹ ਦੇਖੋ, ਉਹ ਆਪਣੀ ਨਵੀਂ ਜੁੱਤੀ ਜਿਹੜੀ ਆਪਣੀ ਬੇਟੀ ਨੂੰ ਦੇ ਆਉਂਦੀ ਹੈ ਜੀ, ਔਰ ਇਹ ਚੀਜ਼ ਦੇਖੋ ਕਿੰਨੀ ਵੱਡੀ ਚੀਜ਼ ਹੈ ਕਿ ਮਾਂ ਜਿਹੜੀ ਹੈ ਨਾ ਆਪਣੇ ਮੂੰਹ ਚੋਂ ਗਰਾਈ ਕੱਢ ਕੇ ਆਪਣੀ ਬੇਟੀ ਦੇ, ਆਪਣੇ ਬੇਟੇ ਦੇ ਮੂੰਹ 'ਚ ਦਿੰਦੀ ਹੈ। ਇਹ ਕਿੱਡਾ ਵੱਡਾ ਇੱਕ ਜਜ਼ਬਾ ਹੈ, ਕਿੱਡਾ ਵੱਡਾ ਇੱਕ ਇਨਸਾਨੀਅਤ ਦਾ ਜਿਹੜਾ ਮੁਜੱਸਮਾ ਜਿਹੜਾ ਉਹ ਮਾਂ ਦੇ ਵਿੱਚ ਭਰ ਦਿੱਤਾ ਹੈ। ਠੀਕ ਹੈ, ਆਪ ਸੋਚਿਆ ਚੱਲ ਮੇਰੇ ਤੇ ਸੱਟਾਂ ਲੱਗਦੀਆਂ ਰਹਿਣ, ਕੋਈ ਗੱਲ ਨਹੀਂ, ਤੇ ਮੇਰੀ ਬੇਟੀ ਜਿਹੜੀ ਹੈ, ਮੇਰੀ ਧੀ ਜਿਹੜੀ ਹੈ, ਜਿਹਦੀ ਮੇਰੇ ਨਾਲ ਵੀ ਮਾੜੀ ਹੈ, ਉਹ ਵਧੀਆ ਜੁੱਤੀ ਪਾ ਲੇ, ਉਹਨੇ ਲਈ ਜਾਣਾ ਹੁੰਦਾ ਹੈ ਨਾ। ਤੇ ਕਿੰਨੇ ਪੱਖਾਂ ਤੋਂ ਸੋਚਦੀ ਮਾਂ ਇੱਕ, ਤੇ ਮਾਂ ਜਿਹੜੀ ਹੈ ਉਹ ਬੜੀ ਵੱਡੀ ਇੱਕ ਮਖਲੂਕਾਤ ਬਣਾਈ ਹੈ ਜੀ। ਬਿਲਕੁਲ ਕਹਿੰਦੇ ਕਿ ਰੱਬ ਹਰ ਜਗ੍ਹਾ ਹਾਜ਼ਰ ਨਹੀਂ ਸੀ ਰਹਿ ਸਕਦਾ, ਉਹਨੇ ਇੱਕ ਮਾਂ ਬਣਾ ਦਿੱਤੀ। ਬੜੀ ਵੱਡੀ ਗੱਲ ਹੈ ਜੀ, ਬਹੁਤ ਇਹਦਾ ਤੇ ਜਿੰਨ ਭਾਵੇਂ ਤੁਸੀਂ ਜਿੰਨੀ ਮਰਜ਼ੀ ਲੰਮੀ ਡਿਸਕਸ਼ਨ ਕਰੀ ਜਾਓ ਕਦੀ ਖਤਮ ਨਹੀਂ ਹੋਏਗੀ। ਠੀਕ ਹੈ ਜੀ, ਸਾਰੀ ਕਾਇਨਾਤ ਜਿਹੜੀ ਹੈ, ਸਾਰੀ ਸ੍ਰਿਸ਼ਟੀ ਹੈ, ਉਹ ਬੇਸਡ ਹੀ ਇਹਦੇ ਤੇ ਹੈ। ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ 47-48 ਹੱਡੀਆਂ ਟੁੱਟਣ ਜਿੰਨੀ ਪੀੜ ਉਹ ਸਹਿੰਦੀ ਆਪਣੇ ਵਜੂਦ ਤੇ। ਬਿਲਕੁਲ ਇਹਦਾ ਦੇ ਸਕਦਾ ਜੀ। ਬਿਲਕੁਲ ਜਵੰਦਾ ਸਾਹਿਬ, ਹੁਣ ਆਪਾਂ ਬ੍ਰੇਕ ਲਵਾਂਗੇ। ਇੱਕ ਮਾਂ ਤੋਂ ਗੱਲ ਯਾਦ ਆ ਗਈ, ਮੈਂ ਇੱਕ ਪਿਕਚਰ ਦੇਖੀ ਸੀ, ਛੋਟਾ ਜਿਹਾ ਬੱਚਾ ਜੀ, ਮੈਨੂੰ ਲੱਗਦਾ ਹਜੇ ਬੋਲਣਾ ਵੀ ਨਹੀਂ ਸਿੱਖਿਆ। ਸੋ ਉਹਦੇ ਮਾਂ ਕਿਤੇ ਪੂਰੇ ਹੋ ਗਏ ਤੇ ਉਹ ਇੱਕ ਪਿਕਚਰ ਆਪਣੀ ਮਾਂ ਨੂੰ ਨਾ ਪਿਆਰ ਕਰ ਰਿਹਾ, ਉਹਦੀ ਪਿਕਚਰ ਨੂੰ ਪਿਆਰ ਕਰ ਰਿਹਾ। ਜਦੋਂ ਭੋਗ ਤੇ ਪਿਕਚਰ ਨਹੀਂ ਰੱਖਦੇ ਹੁੰਦੇ ਆਪਾਂ, ਬਣਾ ਕੇ ਇੱਕ ਰੱਖ ਲੈਂਦਾ, ਉੱਥੇ ਪਿਆਰ ਕਰ ਰਿਹਾ ਸੀ। ਸੋ ਸੱਚੀ ਜਵੰਦਾ ਸਾਹਿਬ, ਬੰਦਾ ਅੰਦਰ ਹਿੱਲ ਜਾਂਦਾ ਹੈ ਨਾ। ਕਿਸੇ ਕਹਿੰਦੇ ਨਾ ਹਮੇਸ਼ਾ ਵਾਹਿਗੁਰੂ ਅੱਗੇ ਅਰਦਾਸ ਕਰੀਦੀ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਕਿਤੇ ਮਾਂ ਪਿਓ ਦੋਨੋਂ ਹੀ ਰਿਸ਼ਤੇ ਇੱਦਾਂ ਦੇ ਆ ਕਿਤੇ ਨਾ ਜਾਣ, ਕਿਉਂਕਿ ਜੋ ਇੱਕ ਮਾਂ ਕਰ ਸਕਦੀ ਹੈ ਇੱਕ ਬਾਪ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਬੜੇ ਕੁਛ ਮਦਦ ਹੋ ਜਾਂਦੀ ਹੈ, ਪਰ ਜਿਹੜਾ ਉਹ ਪਿਆਰ ਆ, ਹੈ ਨਾ, ਹਰ ਚੀਜ਼ ਉੱਥੋਂ ਹੋਰ ਕੋਈ ਨਹੀਂ ਦੇ ਸਕਦਾ ਜੀ। ਮਾਂ ਦਾ ਦਰਜਾ ਜਿਹੜਾ ਨਹੀਂ ਕੋਈ ਲੈ ਸਕਦਾ। ਸੋ ਜਵੰਦਾ ਸਾਹਿਬ, ਇੱਕ ਬ੍ਰੇਕ ਲੈ ਲਈਏ ਜੀ। ਬ੍ਰੇਕ ਤੋਂ ਬਾਅਦ ਫਿਰ ਵਿਨੀਪੈਗ ਸ਼ਹਿਰ ਦੀ ਗੱਲ ਕਰਾਂਗੇ। ਦੋਸਤੋ, ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੋਇਆ। ਬ੍ਰੇਕ ਤੋਂ ਬਾਅਦ ਅਸੀਂ ਹੁਣੇ ਵਾਪਸ ਆਏ ਜੀ।